ਆਸਾ ਰਾਗ ਦੇ ਵਿੱਚ ਕਬੀਰ ਜੀ ਦੀ ਬਾਣੀ ਲੈ ਰਹੇ ਹਾਂ। ਉਹ 12ਵਾਂ ਸ਼ਬਦ ਲਵਾਂਗੇ। ਕੱਲ ਜਿਹੜੇ ਲਏ ਸੀਗੇ ਆਪਾਂ ਨੇ ਜਿਹੜੇ ਹੈਗੇ ਉਹ ਬਾਬਾ ਬੋਲਤੇ ਤੇ ਕਹਾਂ ਗਏ, ਉਸ ਤੋਂ ਜਿਹੜਾ ਹੈਗਾ ਉਹ ਅੱਗੇ ਹੈਗਾ ਥੋੜ੍ਹਾ ਜਿਹਾ ਸ਼ਬਦ, ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਸ਼ਬਦ ਸੀਗਾ ਜਿਹਦੇ ਵਿੱਚ ਕਿ ਕਬੀਰ ਜੀ ਕਹਿੰਦੇ ਸੀਗੇ ਵੀ ਤੇਰੀ ਬੱਤੀ ਸੁੱਕ ਜਾਣੀ ਆ, ਤੇਲ ਖਤਮ ਹੋ ਜਾਣਾ ਤੇਰਾ, ਸਵਾਸਾਂ ਦਾ ਤੇਲ, ਫਿਰ ਤੇਰੇ ਕੋਲੋਂ ਕੁਛ ਨਹੀਂ ਹੋਣਾ। ਉਸ ਤੋਂ ਪਹਿਲਾਂ ਜਿਹੜਾ ਹੈਗਾ ਆਪਣੇ ਵਿਚਾਰ ਜਿਹੜੇ ਹੈਗੇ ਇਹ ਖਤਮ ਕਰ ਦੇ, ਇਹ ਨੱਠ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਚੁੱਪ ਕਰਾ ਦੇ। ਬਾਤੀ ਸੁੱਕੀ ਤੇਲ ਨੀ ਕੂਟਾ, ਮੰਦਲ ਨਾ ਬਾਜੇ ਨੱਠ ਪੈ ਸੂਤਾ। ਇਹ ਨੱਠ ਨੂੰ ਜਿਹੜਾ ਹੈਗਾ ਇਹਦੇ ਵਿਚਾਰ ਬੰਦ ਕਰ ਤੇ ਉਹ ਮਾਲਕ ਪਰਮਾਤਮਾ ਦੇ ਨਾਲ ਰਵ। ਤੇ ਹੁਣ ਉਸ ਤੋਂ ਅੱਗੇ ਜਿਹੜੇ ਹੈਗੇ ਆ ਅਗਲਾ ਸ਼ਬਦ ਕਬੀਰ ਜੀ ਦਾ ਅੰਗ 478, ਇਹ 12ਵਾਂ ਸ਼ਬਦ ਹੈਗਾ। ਲੜੀ ਦਾ ਨਹੀਂ, ਸੀਕੁਐਂਸ ਦੇ ਵਿੱਚ 12ਵਾਂ ਹੈ ਕਬੀਰ ਜੀ ਦਾ 12ਵਾਂ ਸ਼ਬਦ। ਆਸਾ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇ। ਮਾਲਕਾ ਬਾਹਰ ਜਿਹੜੇ ਹੈਗੇ ਦੁਨੀਆ ਦੀ ਜਿਹੜੀ ਮਾਂ ਜਿਹੜੀਆਂ ਹੈਗੀਆਂ, ਮਾਵਾਂ ਜਿਹੜੀਆਂ ਹੈਗੀਆਂ, ਇਹ ਦੁਨੀਆ ਦੀਆਂ ਮਾਵਾਂ ਜਿਹੜੇ ਹੈਗੇ ਆ, ਪਿਓ ਜਿਹੜੇ ਹੈਗੇ ਆ, ਇਹ ਬੱਚਿਆਂ ਦੀਆਂ ਗਲਤੀਆਂ ਜਿਹੜੀਆਂ ਹੈਗੀਆਂ, ਅਪਰਾਧ ਜਿਹੜੇ ਹੈਗੇ ਆ, ਉਹ ਤਾਂ ਸੈਂਕੜੇ ਅਪਰਾਧ ਕਰਦਾ ਹੈ ਬੱਚਾ ਤਾਂ ਜਵਾਨ ਹੋਣ ਤੋਂ ਬਾਅਦ ਜਿਹੜਾ ਹੈਗਾ, ਅਧੇੜ ਹੋਣ ਤੋਂ ਬਾਅਦ ਉਹ ਬੱਚਾ ਜਿਹੜਾ ਹੈਗਾ ਅਪਰਾਧ ਕਰਦਾ ਹੈ। ਤੇ ਮਾਂ ਪਿਓ ਜਿਹੜੇ ਹੈਗੇ ਕਦੀ ਉਹਦੇ ਬੱਚੇ ਦੀ ਜਿਹੜੀਆਂ ਗਲਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕਰਦੇ ਆ, ਮਾਫ ਕਰ ਦਿੰਦੇ ਆ। ਦੁਨਿਆਵੀ ਜਿਹੜੇ ਹੈਗੇ ਮਾਂ ਪਿਓ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇ। ਸਾਰੇ ਦੇ ਸਾਰੇ ਮਾਂ ਥੋੜੀ ਨਾ ਚੇਤੇ ਰੱਖਦੀ ਆ। ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮਾਲਕਾ ਤੂੰ ਤਾਂ ਜਿਹੜਾ ਹੈਗਾ ਮੇਰਾ ਅਸਲੀ, ਤੂੰ ਤਾਂ ਮੇਰਾ ਪਿਓ ਹੈਗਾ ਹਮੇਸ਼ਾ, ਤੇ ਤੂੰ ਜਿਹੜਾ ਹੈਗਾ ਹਮੇਸ਼ਾ ਵਾਸਤੇ ਅਬਨਾਸੀ ਹੈਗਾ ਹੈ, ਔਰ ਮੈਂ ਵੀ ਅਬਨਾਸੀ ਹੈਗਾ ਹੈ। ਅਸਲੀ ਜਿਹੜਾ ਮੇਰਾ ਪਿਓ ਹੈਗਾ ਉਹ ਤੂੰ ਹੈਗਾ ਆ, ਤੂੰ ਮੇਰੀ ਮਾਂ ਹੈਗਾ, ਤੂੰ ਮੇਰਾ ਪਿਓ ਹੈਗਾ। ਤੇ ਤੂੰ ਜਿਹੜਾ ਹੈਗਾ ਤੂੰ ਕਿਉਂ ਨਹੀਂ ਰੱਖੇਗਾ? ਜਦ ਦੁਨਿਆਵੀ ਮਾਂ ਪਿਓ ਜਿਹੜੇ ਹੈਗੇ ਆ ਬੱਚੇ ਦੀਆਂ ਗਲਤੀਆਂ ਚੇਤੇ ਨਹੀਂ ਰੱਖਦੇ, ਤੇ ਦੇਖੋ ਕਬੀਰ ਜੀ ਨੂੰ ਕਿੰਨਾ ਵਿਸ਼ਵਾਸ ਹੈ ਮਾਲਕ ਪਰਮਾਤਮਾ। ਕਹਿੰਦੇ ਤੂੰ ਕਿਉਂ ਨਹੀਂ ਰੱਖੀ, ਤੂੰ ਕਿਉਂ ਮੇਰੀਆਂ ਗਲਤੀਆਂ ਨੂੰ ਨਹੀਂ ਨਜ਼ਰਅੰਦਾਜ਼ ਕਿਉਂ ਨਹੀਂ ਕਰੇਗਾ, ਮੇਰੀਆਂ ਗਲਤੀਆਂ ਕਿਉਂ ਨਹੀਂ ਕੱਢੇਗਾ, ਮੈਨੂੰ ਕਿਉਂ ਨਹੀਂ ਸੁਧਾਰੇਗਾ ਤੂੰ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇ। ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਤੂੰ ਮੇਰੇ ਗੁਨਾਹ ਕਿਉਂ ਨਹੀਂ ਦੂਰ ਕਰੇਗਾ, ਮੇਰੇ ਅਵਗੁਣ ਕਿਉਂ ਨਹੀਂ ਖੰਡਿਤ ਕਰੇਗਾ, ਮੇਰੇ ਅਵਗੁਣ ਕਿਉਂ ਨਹੀਂ ਜਿਹੜਾ ਮਿਟਾਏਗਾ ਮੇਰੇ ਵਿੱਚੋਂ। ਰਹਾਓ। ਹਾਂਜੀ ਗੋਰਖੀ ਸਾਹਿਬ। निखिल साहब अंग कितना नंबर है? 478 478। हाँ जी पहली तो को बोलो। ਰਾਮਈਆ ਹੋਂ ਬਾਰਕ ਤੇਰਾ, ਹੇ ਸਾਰੇ ਸੰਸਾਰ ਦੇ ਮਾਲਕ, ਹਰੇਕ ਸੰਸਾਰ ਦੇ ਵਿੱਚ ਰਮੇ ਹੋਏ ਮੇਰੇ ਰਾਮ, ਮੇਰੇ ਮਾਲਕ, ਮੇਰੇ ਪਿਤਾ, ਹੋਂ ਬਾਰਕ ਤੇਰਾ, ਮੈਂ ਤੇਰਾ ਬੱਚਾ ਆ, ਤੂੰ ਮੈਨੂੰ ਪੈਦਾ ਕੀਤਾ ਹੈ, ਮੈਂ ਤੇਥੋਂ ਆਇਆ ਹਾਂ। ਕਾਹੇ ਨਾ ਖੰਡਸ ਅਵਗੁਣ ਮੇਰਾ, ਤੂੰ ਮੇਰਾ ਜਿਹੜਾ ਹੈਗਾ ਪਾਪ ਜਿਹੜੇ ਹੈ ਅਵਗੁਣ ਕਿਉਂ ਨਹੀਂ ਖੰਡਿਤ ਕਰੇਗਾ। ਰਹਾਓ। ਇਸ ਤੋਂ ਪਹਿਲਾਂ ਸ਼ੁਰੂ ਹੁੰਦਾ ਸ਼ਬਦ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇ। ਕਹਿੰਦੇ ਬੱਚਾ ਜਿਹੜਾ ਹੈਗਾ, ਦੁਨਿਆਵੀ ਜਿਹੜੇ ਬੱਚੇ ਹੁੰਦੇ ਆ, ਬੱਚਾ ਜਿੰਨੇ ਵੀ ਅਪਰਾਧ ਕਰਦਾ ਆ, ਉਹਦੀ ਮਾਂ ਜਿਹੜੀ ਹੈਗੀ ਉਹਨਾਂ 'ਚੋਂ ਕੋਈ ਵੀ ਜਿਹੜਾ ਹੈਗਾ ਚੇਤੇ ਨਹੀਂ ਰੱਖਦੀ, ਔਰ ਬੱਚੇ ਨੂੰ ਜਿਹੜਾ ਹੈਗਾ ਸੁਧਾਰਨ ਦੀ ਕੋਸ਼ਿਸ਼ ਕਰਦੀ ਹੈ। ਉਸੇ ਤਰੀਕੇ ਦੇ ਨਾਲ ਹੇ ਮੇਰੇ ਮਾਲਕਾ, ਹੇ ਰਮਈਆ, ਮੈਂ ਤੇਰਾ ਬੱਚਾ ਹੈਗਾ ਆ, ਔਰ ਕਾਹੇ ਨਾ ਖੰਡਸ ਅਵਗੁਣ ਮੇਰਾ, ਤੂੰ ਮੇਰੇ अवगुण क्यों नहीं दूर करेगा। रहाओ अर्थात तू ही करेगा और कौन करूँगा।
हाँ जी ਵੀਰ ਜੀ। हाँ जी ठीक है। वो तो अपराध करत है जेते, ये हुई है ना? बिल्कुल। हाँ ठीक है जी। साध संगत जी, वो कहते ने कि बच्चा जिद्दां दे मर्जी गलतियां करदा है, मिस्टेक करदा है, ते ਜਿਹੜੀ ਉਹਦੀ ਮਾਂ ਹੁੰਦੀ ਹੈ ਨਾ, ਉਹਨੂੰ ਬੜੀ ਆਸ ਹੁੰਦੀ ਹੈ। ਉਹ ਚਾਹੁੰਦੀ ਆ ਕਿ ਕਿਸੇ ਤਰੀਕੇ ਨਾਲ ਇਹ ਸੁਧਰ ਜੇ। ਔਰ ਬੜਾ ਬਰੀਕ ਰਿਸ਼ਤਾ ਹੁੰਦਾ ਹੈ। ਮਾਂ ਦੇ ਰਿਸ਼ਤੇ ਦੀ ਕੋਈ ਕੀਮਤ ਨਹੀਂ ਹੁੰਦੀ, ਕੋਈ ਇੱਕ ਭਾਵਨਾ ਦਾ ਰਿਸ਼ਤਾ ਹੁੰਦਾ ਹੈ। ਮਾਂ ਉਹਦੀ ਕੀਮਤ ਨਹੀਂ ਚਾਹੁੰਦੀ ਬੱਚੇ ਨੂੰ ਜਦੋਂ ਪੈਦਾ ਕਰਦੀ ਹੈ। ਜਦੋਂ ਘਰ 'ਚ ਬੱਚਾ ਪੈਦਾ ਹੋ ਜਾਂਦਾ ਹੈ ਤੇ ਉਹ ਮਾਂ-ਬਾਪ ਸਮਝਦੇ ਆ ਅਸੀਂ ਕੰਪਲੀਟ ਹੋ ਗਏ, ਬੜੀ ਵੱਡੀ ਉਹਨਾਂ ਦੀ ਪ੍ਰਾਪਤੀ ਹੈ। ਪਰ ਉਹ ਜਿੱਦਾਂ ਜਿੱਦਾਂ ਉਹ ਬੱਚਾ ਵੱਡਾ ਹੁੰਦਾ, ਉਹ ਬੱਚਾ ਸੋਚਦਾ ਮੈਂ ਲੱਗਦਾ ਛੱਤ ਤੋਂ ਡਿੱਗਿਆ। ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਕਿਸੇ ਨੇ ਪਾਲਿਆ, ਜਾਂ ਮਤਲਬ ਏਦਾਂ ਦੇਖੋ ਬੰਦਾ ਏਦਾਂ ਦੀ ਸੋਚ ਹੁੰਦੀ ਆ। ਬੱਚੇ ਨੂੰ ਥੋੜੀ ਪਤਾ ਹੁੰਦਾ ਕਿ ਮੈਨੂੰ ਕਿਸੇ ਨੇ ਪਾਲਿਆ, ਜਾਂ ਮੇਰੀਆਂ ਇੰਨੀਆਂ ਜ਼ਰੂਰਤਾਂ। ਰਾਤ ਨੂੰ ਕੋਈ ਸੁੱਤੇ ਸੁੱਤਾ ਤੇ ਸੁੱਤੇ ਉੱਠਿਆ, ਕੋਈ 6 ਵਜੇ 5 ਵਜੇ ਉੱਠ ਕੇ ਤੇਰਾ ਟਿਫਨ ਤਿਆਰ ਕੀਤਾ, ਤੇਰੇ ਕੱਪੜੇ ਪ੍ਰੈਸ ਕੀਤੇ, ਜਿੱਦਾਂ ਮਤਲਬ ਉਹ ਇੱਕ ਬੜਾ ਇੱਕ ਪਿਆਰਾ ਜਿਹਾ ਬੰਧਨ ਆ। ਤੇ ਪ੍ਰਮਾਤਮਾ ਨੇ ਏਦਾਂ ਹੀ ਬਣਾਈ ਹੈ ਲੀਲਾ, ਹਨਾ। ਫਿਰ ਉਹ ਜਿਹੜੀ ਮਾਂ ਹੁੰਦੀ ਆ ਜਿਹੜੀ ਇੰਨੇ ਬੱਚੇ ਨੂੰ ਪਿਆਰ ਕਵਰ ਕਰਦੀ ਹੈ। ਦੇਖੋ ਮਾਂ ਦਾ ਪਿਆਰ ਜ਼ਰੂਰੀ ਵੀ ਆ, ਕਿਉਂਕਿ ਮਾਂ ਸੌਫਟ ਆ, ਕਿਉਂਕਿ ਉਹ ਮਮਤਾ ਹੈ। ਤੇ ਉਹ ਵੀ ਸੌਫਟ ਆ, ਪਰ ਉਹ ਕੋਕੋਨਟ ਵਾਂਗੂ ਅੰਦਰੋਂ ਆ। ਬਾਹਰੋਂ ਥੋੜਾ ਜਿਹਾ ਉਹ ਹੁੰਦਾ ਉਹਦਾ ਹਾਰਡਨੈਸ, ਕਿਉਂਕਿ ਉਹ ਵੀ ਇੱਕ ਪ੍ਰਕਿਰਤੀ ਦਾ ਨਿਯਮ ਹੈ। ਮਾਈਨਸ ਪਲੱਸ ਦੋਨੋਂ ਬੈਲੈਂਸ ਹੋ ਕੇ ਚੱਲਣਗੇ ਨਾ, ਤਾਂ ਹੀ ਗੱਲ ਬਣੂਗੀ। ਜੇ ਬੱਚੇ ਨੂੰ ਮਾਂ ਦਾ ਜ਼ਿਆਦਾ ਪਿਆਰ ਮਿਲ ਗਿਆ ਤੇ ਉਹ ਇੱਕ ਐਡਾ ਵਧੀਆ ਬੱਚਾ ਨਹੀਂ ਹੋਵੇਗਾ। ਪਿਆਰ ਦਾ ਮਤਲਬ ਇੱਕ ਪਿਆਰ ਹੁੰਦਾ ਵਾ, ਇੱਕ ਲੋੜ ਤੋਂ ਜ਼ਿਆਦਾ ਜਿਹੜਾ ਲਾਡਲੇ ਬੱਚੇ ਪੈਦਾ ਹੋ ਜਾਂਦੇ ਨਾ, ਉਹ ਵੀ ਸਹੀ ਨਹੀਂ ਆ। ਮੋਹ ਜ਼ਿਆਦਾ, ਮੋਹ ਦੀ ਗੱਲ ਹੈ। ਹਾਂ ਮੋਹ, ਉਹ ਫਿਰ ਬੱਚੇ ਨੂੰ ਖਰਾਬ ਕਰ ਦਿੰਦਾ। ਉਹ ਬੱਚਾ ਐਡਾ ਵਧੀਆ ਬੱਚਾ ਨਹੀਂ ਹੋਊਗਾ, ਕਿਉਂਕਿ ਉਹਨੂੰ ਉਹਦੀਆਂ ਹੁਣ ਪੈਂਪਰਿੰਗ ਕਹਿੰਦੇ ਨੇ ਆਪਾਂ ਲੋਕ, ਇਹਨੂੰ ਇੱਕ ਟੈਕਨੀਕਲ ਵਰਡ ਹੈਗਾ ਪੈਂਪਰਿੰਗ। ਇਹ ਨਹੀਂ ਕਿ ਮਾਂ ਹੀ ਬੱਚੇ ਨੂੰ ਵਿਗਾੜ ਸਕਦੀ ਆ, ਤੁਹਾਡੇ ਘਰ ਦਾ ਕੋਈ ਬੰਦਾ ਵੀ ਬੱਚੇ ਨੂੰ ਵਿਗਾੜ ਸਕਦਾ, ਦਾਦਾ ਦਾਦੀ ਵੀ ਵਿਗਾੜ ਸਕਦੇ ਆ। ਲੋੜ ਤੋਂ ਜ਼ਿਆਦਾ ਜਦੋਂ ਬੱਚੇ ਦੀਆਂ ਚੀਜ਼ਾਂ ਦੀ ਜ਼ਰੂਰਤਾਂ ਦੀ ਆਪਾਂ ਪੂਰਤੀ ਕਰਦੇ ਹਾਂ, ਓਨੀ ਜ਼ਰੂਰਤ ਨਹੀਂ ਆ, ਉਹ ਫਿਰ ਬੱਚੇ ਦੀ ਹੈਬਿਟ ਬਣ ਜੂਗੀ। ਹੁਣ ਬੱਚਾ ਜਿਹੋ ਜਿਹੇ ਕਲਚਰ ਚੋਂ ਬੱਚੇ ਨੇ ਵੱਡਾ ਹੋਣਾ ਵਾ, ਕੱਲ ਨੂੰ ਉਸੇ ਹੀ ਕਿਸਮ ਦਾ ਪਰਛਾਵਾਂ ਉਹਦੇ ਵਿੱਚੋਂ ਪੈਦਾ ਹੋਣਾ ਵਾ। ਉਹ ਪਰਛਾਵੇਂ ਨੂੰ ਕੋਈ ਮਾਈ ਦਾ ਲਾਲ, ਕੋਈ ਸਕੂਲ, ਕੋਈ ਕਾਲਜ, ਕੋਈ ਯੂਨੀਵਰਸਿਟੀ, ਕੋਈ ਦੇਸ਼, ਕੋਈ ਪਿੰਡ, ਕੋਈ ਸਮਾਜ ਬਦਲ ਨਹੀਂ ਸਕਦਾ। ਆਪ ਦੇਖੋਗੇ ਨਾ, ਤੁਹਾਡੇ ਪਰਛਾਵੇਂ ਨੂੰ ਬਦਲਿਆ ਕਿੱਥੇ ਜਾ ਸਕਦਾ? ਬਦਲ ਸਕਦੇ ਹੋ ਤੁਸੀਂ? ਨਹੀਂ। ਉਹੀ ਹੈ, ਇਹ ਛੋਟੇ ਹੁੰਦੇ ਬੱਚੇ ਦੀ ਜਿਹੜੀ ਪਰਵਰਿਸ਼ ਹੈ। ਵੈਸੇ ਵੀ ਟੌਪਿਕ ਦੇ ਨਾਲ ਹੀ ਜੁੜਦੀ ਗੱਲ, ਮਾਂ ਤੇ ਪੁੱਤ ਦੀ ਗੱਲ ਜੁੜੀ ਆ, ਕਿਉਂਕਿ ਗੱਲ ਇੱਥੇ ਲੰਘ ਜਾਣਾ ਸਹੀ ਨਹੀਂ ਆ। ਗੱਲ ਨੂੰ ਉਹਦੇ ਅਸਲੀਅਤ ਰੂਪ ਚ ਸਮਝਣਾ ਬਹੁਤ ਜ਼ਰੂਰੀ ਹੈ। ਉਹ ਕਿਉਂ ਇਹ ਕਹਿ ਰਹੇ ਨੇ ਕਿ ਮਾਂ ਤੇ ਬੱਚਾ, ਉਹ ਕਿਉਂ ਉਹਨਾਂ ਨੇ ਟੌਪਿਕ ਵਰਤਿਆ, ਉਹ ਵਿਸਤਾਰ ਚ ਨਹੀਂ ਜਾ ਰਹੇ ਨੇ, ਪਰ ਸਾਨੂੰ ਉਹ ਬੇਸ ਸਮਝਾ ਰਹੇ ਨੇ ਕਿ ਇੱਕ ਮਾਂ ਜਿੱਦਾਂ ਆਪਣੇ ਬੱਚੇ ਦੀਆਂ ਗਲਤੀਆਂ ਨੂੰ ਅਣਦੇਖਾ ਕਰਦੀ ਹੈ, ਮਾਫ਼ ਕਰਦੀ। ਇਸ ਲਈ ਕਹਿੰਦੇ ਆ ਕਿ ਪੁੱਤ ਕਪੁੱਤ ਹੋ ਜਾਂਦੇ ਆ, ਮਾਪੇ ਨਹੀਂ ਹੁੰਦੇ, ਬਹੁਤ ਘੱਟ। ਤੋ ਇੱਥੇ ਆਪਾਂ ਨੂੰ ਕਬੀਰ ਜੀ ਫੇਰ ਸਮਝਾ ਰਹੇ ਨੇ ਕਿ ਜਿੱਦਾਂ ਇੱਕ ਬੱਚਾ ਗਲਤੀਆਂ ਕਰਦਾ ਹੈ, ਮਾਂ ਉਹਨੂੰ ਬਚਾਉਂਦੀ, ਉਹਨੂੰ ਕਵਰ ਕਰਦੀ ਹੈ। ਉਹ ਅਸਲ ਦੇ ਵਿੱਚ ਉਹ ਮਮਤਾ ਚ ਬੈਠੀ ਆ। ਉਹ ਚਾਹੁੰਦੀ ਹੈ ਕਿ ਸ਼ਾਇਦ ਮੇਰਾ ਬੱਚਾ ਠੀਕ ਹੋ ਜਾਏ, ਸ਼ਾਇਦ ਮੇਰਾ ਬੱਚਾ ਸੁਧਰ ਜੇ। ਤੇ ਪਰ ਕਈ ਵਾਰੀ ਲੋੜ ਤੋਂ ਜ਼ਿਆਦਾ ਵੀ ਮਮਤਾ ਚੰਗੀ ਨਹੀਂ ਹੁੰਦੀ। ਇਸ ਕਰਕੇ ਆਪਾਂ ਨੂੰ ਥੋੜਾ ਧਿਆਨ ਦੇਣ ਦੀ ਲੋੜ ਹੈ, ਉੱਤੇ ਬੁੱਧੀ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ। ਹਾਂਜੀ ਨਿੱਜਰ ਸਾਹਿਬ, ਇੱਥੇ ਹੁਣ ਆਪਾਂ ਏਦਾਂ ਕਰੀਏ, ਇਹ ਤੁਕ ਹੋ ਗਈ। ਹਾਂਜੀ, ਇਹ ਜਿਹੜੇ ਹੈਗੇ ਇਸ ਤੋਂ ਅੱਗੇ ਕਹਿੰਦੇ ਸੁਤ ਅਪਰਾਧ ਕਰਤਾ ਹੈ ਜੇ ਤੇ ਜਨਨੀ ਚੀਤਨਾ ਰਾਖਸ ਤੇ ਰਾਮ ਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਔਗੁਣ ਮੇਰਾ। ਕਹਿੰਦੇ ਤੂੰ ਮੇਰਾ ਪਿਓ ਹੈਗਾ ਆ, ਮੈਂ ਤੇਰਾ ਬੱਚਾ ਹੈਗਾ ਆ। ਜਦ ਜਿਹੜੇ ਹੈਗੇ ਦੁਨਿਆਵੀ ਮਾਂ ਪਿਓ ਜਿਹੜੇ ਹੈਗੇ ਬੱਚੇ ਦੀਆਂ ਗਲਤੀਆਂ ਜਿਹੜੀਆਂ ਹੈਗੀਆਂ ਨਜ਼ਰਅੰਦਾਜ਼ ਕਰ ਦਿੰਦੇ ਆ, ਮਾਫ਼ ਕਰ ਦਿੰਦੇ ਆ ਔਰ ਉਹਨੂੰ ਸੁਧਾਰਦੇ ਆ, ਤੇ ਤੂੰ ਕਿਉਂ ਨਹੀਂ ਮੈਨੂੰ ਸੁਧਾਰੇਗਾ? ਹਾਂਜੀ ਵੀਰ, ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਕਹਿ ਰਹੇ ਨੇ ਕਿ ਜੇਕਰ ਮਾਂ ਆਪਣੇ ਬੱਚੇ ਦੇ ਗੁਨਾਹਾਂ ਨੂੰ ਮਾਫ਼ ਕਰ ਸਕਦੀ ਆ,
ਤੂੰ ਤਾਂ ਜਗਤ ਦਾ ਮਾਲਿਕ ਹੈ। ਹਾਂ, ਕਿ ਤੇਰਾ ਤੇ ਦਿਲ ਬਹੁਤ ਵੱਡਾ ਹੈ, ਤੂੰ ਕਿਉਂ ਨਹੀਂ ਮੈਨੂੰ ਮਾਫ ਕਰੇ। ਪਰਮਾਤਮਾ ਦਾ ਦਿਲ ਵੈਸੇ ਵੀ ਬਹੁਤ ਵਿਸ਼ਾਲ ਹੈ, ਪਰ ਜਦ ਤੱਕ ਆਪਾਂ ਉਹਦੀ ਹੋਂਦ ਨਹੀਂ ਬਣਦੇ ਜੋ ਤਦ ਤੱਕ ਉਹ ਮਾਫ ਨਹੀਂ ਕਰਦਾ। ਉਹਦੀ ਹੋਂਦ ਨੂੰ ਮੰਨਣਾ ਪੈਣਾ ਪਹਿਲਾਂ। ਬਿਲਕੁਲ ਗੋਰਖੀ ਸਾਹਿਬ। ਔਰ ਨਾਲੇ ਮਾਫ ਕਰਨ ਨੂੰ ਨਹੀਂ ਕਹਿ ਰਹੇ। ਕਬੀਰ ਜੀ ਕਹਿੰਦੇ ਕਿ ਮੇਰੇ ਅਵਗੁਣ ਦੂਰ ਕਰ, ਮੈਨੂੰ, ਮੈਂ ਮੰਨਦਾ ਹਾਂ ਮੇਰੇ ਅਵਗੁਣ ਹੈਗੇ। ਕਬੀਰ ਜੀ ਤਾਂ ਮੰਨ ਰਹੇ ਆ ਉਹਨੂੰ, ਔਰ ਕਹਿੰਦੇ ਤੂੰ ਹੀ ਦੂਰ ਕਰਨੇ ਆ, ਤੂੰ ਮੇਰਾ ਪਿਓ ਹੈਗਾ, ਮੇਰੇ ਅਵਗੁਣ ਦੂਰ ਕਰ, ਬਸ ਇਹ ਗੱਲ ਕਹਿ ਰਹੇ ਆ। ਹਾਂ ਬਿਲਕੁਲ ਨਿੱਜਾ ਸਾਹਿਬ, ਜਦੋਂ ਆਪਾਂ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕਰ ਲੈਂਦੇ 99% ਕੰਮ ਹੋ ਜਾਂਦਾ। ਹਾਂ, ਆਪ ਜਸਟ ਸੋਚੋ ਸਾਧ ਸੰਗਤ ਜੀ, ਇੰਨੀ ਸਾਇੰਸ ਵੱਧ ਗਈ ਜੋ ਅੱਜ ਤੱਕ ਵੀ ਉਹ ਗੋਡ ਨਾਮ ਦੀ ਸ਼ਕਤੀ ਦੀ ਹੋਂਦ ਨੂੰ ਸਵੀਕਾਰ ਥੋੜੀ ਕਰਦੇ ਪਏ ਹੋ। ਉਹ ਕਹਿੰਦੇ ਆਪੇ ਹੋ ਗਿਆ, ਇਹ ਕੀੜੀਆਂ ਕਹਿੰਦੇ ਆਪੇ ਬਣੀਆਂ, ਆ ਪਾਣੀ ਕਹਿੰਦੇ ਆਪੇ ਬਣਿਆ। ਤੇ ਆਪਾਂ ਕਹਿ ਦਈਏ ਜਾਓ ਰਸੋਈ 'ਚ ਰੋਟੀ ਬਣ ਜੂਗੀ ਆਪਣੇ ਆਪ ਹੀ, ਉਹ ਕਣਕ ਆਪਣੇ ਆਪ ਹੀ ਉੱਗ ਜੂਗੀ ਜਿਹਨੂੰ ਪਾਣੀ ਨਾਲ ਲਾਈਏ। ਕੌਣ ਸੰਭਲਦੇ ਆ ਉਹਨੂੰ? ਇੱਕ ਫਸਲ ਆਪਣੇ ਆਪ ਫਸਲ ਨਹੀਂ ਉੱਗਦੀ, ਉੱਥੇ ਕਿੰਨੀ ਮਿਹਨਤ ਲੱਗਦੀ ਆ, ਕਿੱਦਾਂ ਕਿਸਾਨ ਬੀਜਦਾ ਹੈ, ਫਿਰ ਬੀਜ ਲਿਆਉਂਦਾ, ਬੀਜ ਕੇ ਪਾਣੀ, ਖਾਦ, ਮੌਸਮ ਐਰਾ ਵਗੈਰਾ ਵੱਤਰ ਵਹਿੰਦਾ, ਫਿਰ ਉਸ ਨੂੰ ਸਾਂਭ ਕੇ ਵਿੱਚ ਗੰਦ ਕੱਢਦਾ, ਫਿਰ ਉਹ ਫਸਲ ਨੂੰ ਕੱਟਦਾ, ਫਿਰ ਉਹਨੂੰ ਲੈ ਕੇ ਮੰਡੀ ਜਾ ਕੇ ਵੇਚ ਕੇ ਆਉਂਦਾ। ਇਹ ਜਿਹੜੇ ਆਪਾਂ ਘਰਾਂ 'ਚ ਰੋਟੀਆਂ ਖਾ ਰਹੇ ਨਾ, ਚੌਲ ਖਾ ਰਹੇ ਆ, ਕਈ ਵਾਰੀ ਆਪਾਂ ਝੂਠ ਛੱਡ ਦਿੰਦੇ ਆ, ਕੋਈ ਪ੍ਰੋਬਲਮ ਨਹੀਂ ਆ, ਪਰ ਉਹ ਅਨਾਜ ਐਵੇਂ ਨਹੀਂ ਜੇ ਤੁਹਾਡੇ ਕੋਲ ਪਹੁੰਚਿਆ। ਉਹਦੀ ਹਿਸਟਰੀ ਚੈੱਕ ਕਰੋਗੇ, ਬੜਾ ਦੂਰੋਂ ਚੱਲਿਆ, ਉਹ ਤੁਹਾਡੇ ਕੋਲ ਪਹੁੰਚਿਆ। ਕਿੰਨੇ ਬੰਦਾ, ਹਜ਼ਾਰਾਂ ਬੰਦਿਆਂ ਦੇ ਹੱਥਾਂ 'ਚੋਂ ਘੁੰਮ ਕੇ ਚੀਜ਼ ਤੁਹਾਡੇ ਹੱਥ ਪਹੁੰਚੀ ਹੈ। ਬਿਲਕੁਲ ਐਵੇਂ ਨਹੀਂ ਪਹੁੰਚ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਇਸ ਚੀਜ਼ ਦੀ ਕਦਰ ਕਰਨੀ ਆ। ਕੋਈ ਵੀ ਚੀਜ਼ ਹੈ ਆਪਾਂ ਸੋਚਦੇ ਹਾਂ ਰੋਟੀ ਹੈ, ਐਵੇਂ ਨਹੀਂ ਰੋਟੀ, ਉਹਦੇ ਪਿੱਛੇ ਜਾਓ, ਉਹਦੀ ਤੇ ਕਿਤਾਬ ਲਿਖ ਸਕਦੇ ਤੁਸੀਂ, ਇੰਨੀ ਵੱਡੀ ਬੈਕਗਰਾਉਂਡ ਹਿਸਟਰੀ ਉਹਦੀ। ਅੱਛਾ ਸਾਧ ਸੰਗਤ ਜੀ, ਉੱਥੇ ਫਿਰ ਆਪਾਂ ਨੂੰ ਉਹ ਸਮਝਾ ਰਹੇ ਨੇ ਕਿ ਮੇਰੇ ਪਿਤਾ, ਉਹ ਮੇਰੇ ਤੇ ਮਿਹਰ ਕਰ ਔਰ ਮੈਨੂੰ ਥੋੜਾ ਜਿਹਾ ਔਗੁਣਾਂ ਤੋਂ ਮੁਕਤ ਕਰ। ਹਾਂਜੀ ਨਜਰ ਸਾਹਿਬ ਅੱਗੇ ਚਲੀ। ਹਾਂਜੀ, ਤੇ ਕਹਿੰਦੇ ਆ ਜੇ ਅਤ ਕਰੋਪ ਕਰੇ ਕਰਤ ਆਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਕਹਿੰਦੇ ਚਲੋ ਇਹ ਤਾਂ ਔਗੁਣ ਹੈਗੇ ਆ, ਔਗੁਣਾਂ ਦੀ ਗੱਲ ਆ। ਕਹਿੰਦੇ ਮੈਂ ਤਾਂ ਦੁਨਿਆਵੀ ਮਾਂ ਦੀ ਗੱਲ ਕਰਦਾ ਹਾਂ। ਕਬੀਰ ਜੀ ਕਹਿੰਦੇ ਆ ਕਿ ਮਾਂ ਜਿਹੜੀ ਹੈ, ਮਾਂ ਤੋਂ ਜਿਹੜਾ ਪੁੱਤ ਜਿਹੜਾ ਹੈਗਾ, ਕਪੁੱਤ ਜਿਹੜਾ ਹੈਗਾ, ਮਾਂ ਨੂੰ ਗੁੱਸਾ ਕਰਕੇ, ਮਾਂ ਨੂੰ ਜਿਹੜਾ ਹੈਗਾ ਬੋਲ ਕੇ, ਮਾਂ ਨੂੰ ਕ੍ਰੋਧ ਦੇ ਨਾਲ ਜਿਹੜਾ ਹੈਗਾ ਜੇ ਚਲੇ ਜਾਂਦਾ ਹੈ, ਤੇ ਤਾਂ ਵੀ ਕਹਿੰਦੇ ਮਾਂ ਜਿਹੜੀ ਹੈ ਚਿੱਤ ਦੇ ਵਿੱਚ ਨਹੀਂ ਰੱਖਦੀ ਉਹਦੇ ਗੁੱਸੇ ਨੂੰ। ਜੇ ਅਤ ਕਰੋਪ, ਕਹਿੰਦੇ ਅਤ ਕਰੋਪ ਬਹੁਤ ਗੁੱਸਾ, ਜੇ ਅਤ ਕਰੋਪ ਕਰੇ ਕਰ ਤਾਇਆ ਕਹਿੰਦੇ ਜੇ ਇੰਨਾ ਗੁੱਸਾ ਕਰਕੇ ਜਿਹੜਾ ਹੈਗਾ ਪੁੱਤ ਜਿਹੜਾ ਹੈਗਾ ਚਲੇ ਜਾਂਦਾ ਹੈ, ਤਾਇਆ ਮਤਲਬ ਮਾਂ ਦੇ ਉੱਤੇ ਅਟੈਕ ਵੀ ਕਰਦਾ ਹੈ। ਜੇ ਅਤ ਕਰੋਪ ਕਰੇ ਕਰ ਤਾਇਆ ਮਤਲਬ ਧਾਵਾ ਬੋਲਣਾ ਵੀ ਹੁੰਦਾ ਹੈ। ਕਈ ਵਾਰੀ ਜਿਹੜਾ ਹੈਗਾ ਇਸ ਤਰ੍ਹਾਂ ਦੇਖਣ ਨੂੰ ਆਇਆ, ਜੇ ਅਤ ਕਰੋਪ ਕਰੇ ਕਰ ਤਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ, ਤਾਂ ਵੀ ਮਾਂ ਜਿਹੜੀ ਚਿੱਤ ਨਹੀਂ ਰੱਖਦੀ। ਇਸ ਕਰਕੇ ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਹੇ ਮੇਰੇ ਮਾਲਕਾ, ਮੈਂ ਤੇਰਾ ਬੱਚਾ ਹੈਗਾ, ਮੇਰੇ ਅਵਗੁਣ ਕਿਉਂ ਨਹੀਂ ਤੂੰ ਦੂਰ ਕਰੇਗਾ। ਹਾਂਜੀ ਵੀਰ, ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਮਾਂ ਪਿਓ ਦੇ ਨਾਲ ਭਾਵੇਂ ਪੁੱਤਰ ਨੇ ਜਿੱਦਾਂ ਦਾ ਮਰਜ਼ੀ ਵਿਵਹਾਰ ਕੀਤਾ ਹੋਵੇ, ਇਹਦੇ ਬਾਵਜੂਦ ਵੀ ਉਹਨਾਂ ਦਾ ਏਡਾ ਹਿਰਦਾ ਵਿਸ਼ਾਲ ਹੁੰਦਾ ਹੈ, ਉਹ ਮਾਫ ਕਰ ਦਿੰਦੇ। ਇੱਕ ਸਾਧ ਸੰਗਤ ਜੀ, ਇੱਕ ਨਾ ਮੈਂ ਕਿਤਾਬ ਚੋਂ ਪੜ੍ਹਦਾ ਹੁੰਦਾ ਪਿਆ, ਉਹ ਲੇਖਕ ਨੇ ਗੱਲ ਲਿਖੀ ਸੀ ਬੜੀ ਵੱਡੀ। ਉਹ ਲੇਖਕ ਇਹ ਲਿਖਦਾ ਹੈ, ਕਹਿੰਦਾ ਕਿ ਮਾਂ ਪਿਓ ਦੀ ਇੱਛਾ ਹੁੰਦੀ ਆ ਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝੇ, ਹੋਰ ਸੰਸਾਰ ਭਾਵੇਂ ਉਹਨਾਂ ਨੂੰ ਸਮਝੇ, ਉਹਦੀ ਕੋਈ ਵੈਲਿਊ ਨਹੀਂ ਆ। ਉਹ ਕਹਿੰਦੇ ਖਾਸ ਕਰਕੇ ਮਾਂ ਪਿਓ ਦੀ ਇੱਕ ਦਿਲੋਂ ਕਾਮਨਾ ਹੁੰਦੀ ਆ ਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਚੰਗੀ ਤਰ੍ਹਾਂ ਸਮਝੇ, ਕਿਉਂਕਿ ਉਹਨਾਂ ਦਾ ਸਮਝਣਾ ਬਹੁਤ ਜ਼ਰੂਰੀ ਹੈ। ਪਰ ਇੱਕ ਬਹੁਤ ਵੱਡੀ ਕਮਜ਼ੋਰੀ ਹੈ, ਔਲਾਦ ਆਪਣੀ ਮਾਂ ਪਿਓ ਨੂੰ ਕਿਤੇ ਵੀ ਨਹੀਂ ਸਮਝਦੀ। ਇਹ ਕੁਦਰਤੀ ਨਿਯਮ ਹੈ, ਪਤਾ ਨਹੀਂ ਕਿਉਂ। ਜਾਂ એનર્ਜੀ ਗਾਂ ਨੂੰ ਗਰੋ ਕਰਦੀ ਆ, ਬਹੁਤ ਘੱਟ ਆ ਜਿਹੜੇ ਉਹ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਪਰ ਇਹ ਨਹੀਂ ਕਿ ਉਹ ਗਰੋ ਕਰ ਰਿਹਾ ਤੇ ਉਹਦੇ ਨਾਲ ਕੁਝ ਵੱਖਰਾ ਹੋਣਾ ਹੈ, ਉਹ ਵੀ ਇਸੇ ਹੀ ਪੁਲ ਦੇ ਥੱਲੋਂ ਪਾਣੀ ਲੰਘੇਗਾ। ਇਹ ਕੁਦਰਤੀ ਨਿਯਮ ਹੈ। ਆਂਢ ਗੁਆਂਢ ਵੀ ਵੇਖ ਕੇ ਬੰਦੇ ਨੂੰ ਅਕਲ ਨਹੀਂ ਆਉਂਦੀ। ਇਹ ਕੁਦਰਤੀ ਸੁਭਾਅ ਪਤਾ ਨਹੀਂ ਕਿਉਂ ਏਦਾਂ ਦਾ, ਜਿੱਦਾਂ એનર્ਜੀ ਜਿਹਦਾ ਤੀਰ ਵਾਂਗੂ ਬਾਂਹ ਤੁਰੀ ਜਾਂਦੀ, ਉਹ ਪਿੱਛੇ ਨਹੀਂ ਵੇਂਦਾ।
ਉਹ ਬੱਚਾ ਮਹਿਸੂਸ ਹੀ ਨਹੀਂ ਕਰਦਾ ਕਿ ਮੇਰੀ ਜਿਹੜੀ ਗਰੋਥ ਹੋਈ ਆ ਉਹਦੇ ਪਿੱਛੇ ਕਿੰਨੇ ਬੰਦੇ ਦਾ ਕੰਟਰੀਬਿਊਸ਼ਨ ਹੈ। ਬੱਚਾ ਐਵੇਂ ਥੋੜੀ ਬਣ ਜਾਂਦਾ। ਕਿੰਨੇ ਪ੍ਰੋਫੈਸਰ, ਕਿੰਨੀਆਂ ਕਾਲਜ, ਯੂਨੀਵਰਸਿਟੀਆਂ, ਕਿੰਨੇ ਲੋਕਾਂ ਦਾ ਸੰਪਰਕ, ਉੱਥੋਂ ਦੇ PN, ਉੱਥੋਂ ਦੇ ਜੋ ਮਰਜ਼ੀ ਚਪੜਾਸੀ ਲਗਾ ਲਓ, ਜੋ ਮਰਜ਼ੀ ਉੱਥੇ ਮਾਲੀ ਲਗਾ ਲਓ, ਕਿੰਨੇ ਗਾਰਡ, ਕਿੱਦਾਂ ਕਿਤਾਬਾਂ, ਕਿੱਥੋਂ ਕਿੱਥੋਂ ਗਿਆਨ ਪ੍ਰਾਪਤ ਕਰ ਕਰਕੇ ਮਾਂ ਪਿਓ, ਸਭ ਤੋਂ ਵੱਡੀ ਗੱਲ ਤੇ ਪਹਿਲਾਂ ਮਾਂ ਪਿਓ ਤੋਂ ਸ਼ੁਰੂ ਹੁੰਦੀ ਹੈ। ਫਿਰ ਜਾ ਕੇ ਇੱਕ ਬੱਚਾ ਇੱਕ ਐਸੇ ਪੋਜੀਸ਼ਨ ਤੇ ਪਹੁੰਚਦਾ ਹੈ ਜਿੱਥੇ ਉਹਨੂੰ ਇੱਕ ਰੁਤਬਾ ਹਾਸਲ ਹੁੰਦਾ ਹੈ। ਪਰ ਜਦੋਂ ਉਹਨੂੰ ਰੁਤਬਾ ਮਿਲਦਾ ਹੈ ਨਾ, ਉਹ ਕਹਿੰਦੇ ਆ ਕਿ ਤੂੰ ਕਿੱਥੋਂ ਬਣਿਆ? ਉਹ ਕਹਿੰਦਾ ਮੈਂ ਮਿਹਨਤ ਨਾਲ ਬਣਿਆ। ਪਰ ਉਹ ਕਦੇ ਨਹੀਂ ਕਹਿੰਦਾ ਕਿ ਮੇਰੇ ਪਿੱਛੇ ਤੇ ਬੜੀ ਦੁਨੀਆ ਦੀ ਮਦਦ ਹੈ, ਮੈਂ ਇਕੱਲਾ ਥੋੜੀ ਇੱਥੇ ਪਹੁੰਚ ਸਕਦਾ। ਨਿੱਜਾ ਸਾਹਿਬ, ਬਿਲਕੁਲ। ਉਹਨੂੰ ਹੁਣ ਉੱਤੇ ਇੱਟ ਪਹੁੰਚੀ ਹੈ, ਬਿਲਡਿੰਗ ਦੀ ਸਭ ਤੋਂ ਉੱਪਰਲੀ ਇੱਟ, ਉਹ ਕਵੇ ਮੈਂ ਏਦਾਂ ਹੀ ਆ ਗਈ ਹਾਂ। ਹੁਣ MLA MP ਏਦਾਂ ਹੀ ਕਰਦੇ ਆ, ਉਹ ਸੋਚਦੇ ਆ ਅਸੀਂ ਏਦਾਂ ਹੀ ਬਣ ਗਏ ਆ। ਪਰ ਉਹ ਨਹੀਂ ਸੋਚਦੇ ਕਿ ਇੱਕ ਇੱਕ ਵੋਟ ਨੇ ਤੈਨੂੰ ਉੱਥੇ ਪਹੁੰਚਾਇਆ ਜਿੱਥੇ ਤੂੰ ਬੈਠਾ ਹੈ। ਬਹੁਤ ਵੱਡੀ ਰਿਸਪੌਂਸਿਬਿਲਿਟੀ ਤੇਰੇ ਕੋਲ। ਇਸ ਕਰਕੇ ਤੇਰੀ ਗਲਤੀ, ਤੇਰਾ ਗੁਨਾਹ ਮਾਫੀ ਦੇ ਲਾਇਕ ਨਹੀਂ ਹੈਗਾ। ਕੁਦਰਤ ਨੇ ਤੈਨੂੰ ਇੱਕ ਐਸੀ ਪੋਜੀਸ਼ਨ ਤੇ ਪਾਇਆ ਹੀ, ਇੱਥੇ ਮਿਸਟੇਕ ਨਾ ਕਰੀ। ਕਿੱਡੀ ਵੱਡੀ ਜ਼ਿੰਮੇਵਾਰੀ ਦਿੱਤੀ। ਇਸ ਕਰਕੇ ਜਿਹੜੇ ਬੰਦੇ ਅਫਸਰ ਹੁੰਦੇ ਨੇ, ਵੱਡੀਆਂ ਵੱਡੀਆਂ ਸਰਕਾਰੀ ਨੌਕਰੀਆਂ ਤੇ ਕੰਮ ਕਰਦੇ ਨੇ, ਚਾਹੇ ਪੁਲਿਸ ਜਾਂ ਕਿਸੇ ਹੋਰ ਪੋਜੀਸ਼ਨ ਤੇ, ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਉਸ ਰਿਸਪੌਂਸਿਬਿਲਿਟੀ ਤੇ ਜਾਣ ਤੋਂ ਬਾਅਦ ਉਸ ਬੰਦੇ ਦਾ ਗੁਨਾਹ ਮਾਫੀ ਦੇ ਲਾਇਕ ਨਹੀਂ ਜਾਏਗਾ। ਕਿਉਂਕਿ ਸਾਰੇ ਬੰਦੇ ਇੰਸਪੈਕਟਰ ਨਹੀਂ ਜੋ ਬਣੇ। ਆਪ ਜਸਟ ਸੋਚੋ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹ ਇਹ ਕਹਿ ਰਹੇ ਨੇ ਕਿ ਮਾਇਆ ਜਿਹੜੀ ਹੈਗੀ ਆ, ਮਾਇਆ ਦੇ ਕਰਕੇ ਹੀ ਸਾਰਾ ਜੀਵਨ ਪ੍ਰਭਾਵਿਤ ਹੁੰਦਾ ਹੈ। ਹਾਂਜੀ ਨਿਜਾ ਸਾਹਿਬ। ਤੇ ਹੁਣ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਕਹਿੰਦੇ ਤੂੰ ਮਾਲਕਾ ਹੁਣ ਜਿਹੜਾ ਹੈਗਾ ਇਹ ਖੇਡ ਪਾਈ ਹੋਈ ਆ ਇਹ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ, ਜਿਹੜਾ ਧਰਤੀ ਤੇ ਮੈਨੂੰ ਭੇਜਿਆ ਆ, ਇਹਦੇ ਵਿੱਚ ਤਾਂ ਇੰਨੀਆਂ ਚਿੰਤਾਵਾਂ ਹੈਗੀਆਂ, ਇੰਨੇ ਜਿਹੜੇ ਹੈਗੇ ਆ ਇਹਦੇ ਵਿੱਚ ਜਾਲ ਪਏ ਹੋਏ ਆ। ਹਰ ਟਾਈਮ ਜਿਹੜਾ ਮਨ ਮੇਰਾ ਜਿਹੜਾ ਹੈਗਾ ਸੋਚ ਦੇ ਵਿੱਚ ਹੀ ਰਹਿੰਦਾ, ਚਿੰਤਾ ਦੇ ਵਿੱਚ ਹੀ ਰਹਿੰਦਾ ਹੈ। ਇਹ ਵਿਚਾਰਾਂ ਦਾ ਜਿਹੜਾ ਹੈਗਾ, ਵਿਚਾਰਾਂ ਦੀ ਦਲਦਲ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਕਬੀਰ ਜੀ ਕਹਿੰਦੇ ਆ ਮੈਨੂੰ ਨਾਮ ਦੇ, ਨਾਮ ਤੋਂ ਬਗੈਰ ਥੋੜੀ ਨਾ ਪਾਰ ਉਤਰ ਸਕਦਾ ਕੋਈ। ਇਸ ਤੋਂ ਬਗੈਰ ਆ ਮੇਰੇ ਅਵਗੁਣ ਜਾਣੇ ਆ, ਨਾਮ ਦੇ ਨਾਲ ਜਾਣੇ ਆ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਹੇ ਮੇਰੇ ਮਾਲਕਾ, ਮੈਨੂੰ ਮਿਲਾ, ਮੈਨੂੰ ਬ੍ਰਹਮ ਗਿਆਨੀ ਮਿਲਾ, ਮੈਨੂੰ ਗੁਰੂ ਮਿਲਾ, ਮੈਨੂੰ ਜਿਹੜਾ ਹੈਗਾ ਬਿਮਲ ਕਹਿੰਦੇ ਆ, ਇੰਨੀ ਪਵਿੱਤਰ ਜਿਹੜੀ ਹੈਗੀ ਆ ਮੱਤ ਦੇ, ਮੈਨੂੰ ਬ੍ਰਹਮ ਮੱਤ ਦੇ, ਮੈਨੂੰ ਬ੍ਰਹਮ ਵਿਦਿਆ ਦੇ। ਮੈਨੂੰ ਹਮੇਸ਼ਾ ਮੇਰੇ ਅੰਦਰ ਜਿਹੜੀ ਹੈਗੀ ਉਹ ਮੈਂ ਉਹਨੂੰ ਧਾਰ ਲਵਾਂ ਆਪਣੇ ਅੰਦਰ, ਮੇਰੇ ਸਰੀਰ ਦੇ ਵਿੱਚ ਮੈਂ ਆਪਣੇ ਚੇਂਜਸ ਕਰਾਂ ਆਪਣੇ ਅੰਦਰ। ਦੇਹ ਬਿਮਲ ਮਤ ਸਦਾ ਸਰੀਰਾ, ਹਮੇਸ਼ਾ ਸਹਿਜ ਸਹਿਜ ਗੁਣ ਰਵੈ ਕਬੀਰਾ। ਮੈਂ ਸਹਿਜ ਸਹਿਜ ਹੌਲੀ ਹੌਲੀ ਮੈਂ ਅਵਗੁਣ ਦੂਰ ਕਰੀ ਜਾਵਾਂ, ਗੁਣ ਲਈ ਜਾਵਾਂ ਤੇ ਮੈਂ ਤੇਰੇ ਨੇੜੇ ਹੁੰਦਾ ਜਾਵਾਂ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਥੇ ਫਿਰ ਨੁਕਤੇ ਦੀ ਗੱਲ ਕਰ ਗਏ ਨੇ ਉਹ। ਇਹ ਨੁਕਤਾ ਤੁਸੀਂ ਫੜ ਲਓਗੇ ਤੇ ਤੁਹਾਡਾ ਜੀਵਨ ਬਦਲ ਜੀ। ਉਹ ਕੀ ਕਹਿ ਰਹੇ ਨੇ? ਚਿੰਤ ਭਵਨ ਮਨ ਪਰਿਓ ਹਮਾਰਾ, ਕਹਿੰਦੇ ਕਿ ਮੇਰਾ ਮਨ ਜਿਹੜਾ ਚਿੰਤਾ ਚ ਰਹਿੰਦਾ। ਚਿੰਤਾ ਉਹਨਾਂ ਚੀਜ਼ਾਂ ਦੇ ਬਾਰੇ ਜਿਹੜੀਆਂ ਚੀਜ਼ਾਂ ਬਹੁਤੀਆਂ ਇੰਪੋਰਟੈਂਟ ਨਹੀਂ ਹੈ, ਪਦਾਰਥਵਾਦੀ ਚੀਜ਼ਾਂ। ਐਵੇਂ ਤੁਸੀਂ ਦੇਖੋਗੇ ਨਾ, ਪਾਣੀ ਚ ਵੀ ਕਿਹਾ, ਕਹਿੰਦਾ ਸਰਬ ਜਗਤ ਕਾ ਰਾਜਾ ਦੁਖੀ ਆ। ਸਾਰੇ ਜਗਤ ਦਾ ਰਾਜਾ ਹੈ, ਉਹ ਕਹਿੰਦੇ ਉਹ ਵੀ ਦੁਖੀ। ਹਰ ਦਾ ਨਾਮ ਜਪਤ ਹੋ ਚੁੱਕੀ ਹੈ। ਕਿਉਂ ਸੁਖੀ ਹੋਊਗਾ? ਜਿੰਨਾ ਚਿਰ ਤੱਕ ਹਰ ਦਾ ਨਾਮ ਨਹੀਂ ਜਪਦਾ। ਇਹ ਨਹੀਂ ਕਿ ਪਦਾਰਥਾਂ ਦੇ ਨਾਲ ਬੰਦਾ ਸੁਖੀ ਹੋ ਸਕਦਾ। ਇੱਥੇ ਫਿਰ ਕਹਿ ਰਹੇ ਨੇ ਕਿ ਦੇਹ ਬਿਮਲ ਮਤ ਸਦਾ ਸਰੀਰਾ। ਹੁਣ ਇਹ ਬਿਮਲ ਮਤ ਨੂੰ ਕਿਹਨੂੰ ਕਹਿੰਦੇ ਨੇ? ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਹੁਣ ਤੁਹਾਡੇ ਕਮਰੇ ਦੇ ਅੰਦਰ, ਤੁਹਾਡਾ ਮਨ ਰੂਪੀ ਕਮਰਾ, ਉਹਦੇ ਅੰਦਰ 7 ਬੰਦੇ ਬੈਠੇ ਹੋਏ, ਲਾਈਨ ਚ ਖਲੋਤੇ ਨੇ। ਇੱਕ ਤਾਂ ਹੁੰਦਾ ਨਾ ਕਿ ਬੰਦੇ ਨੂੰ ਤੁਸੀਂ ਕਹੋਗੇ ਨਾ ਬਈ ਏਦਾਂ ਕਰੋ, ਲਾਈਨ ਚ ਲੱਗੋ ਜਾ ਕੇ। ਉਹ ਕਹਿੰਦੇ ਕਿ 7 ਬੰਦੇ ਤੇਰੇ ਅੰਦਰ ਪਹਿਲਾਂ ਹੀ ਖਲੋਤੇ ਹੋਏ ਨੇ ਕੰਮ ਕਰਨ ਵਾਸਤੇ, ਔਰ ਕਾਫੀ ਸਮੇਂ ਤੋਂ ਤੇਰੀ ਮਦਦ ਕਰ ਰਹੇ ਨੇ। ਜੈਸਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼।
ਤੇਰੇ ਕਹਿਣ ਦੀ ਲੋੜ ਨਹੀਂ, ਮਾੜਾ ਜਿਹਾ ਕੰਮ ਆਇਆ ਫਟਕ ਖੜੇ ਹੋ ਕੇ ਬੈਠੇ ਨੇ, ਕਹਿੰਦੇ ਭਾਜੀ ਖੜੇ ਹੋਣ ਦੀ ਲੋੜ ਨਹੀਂ, ਲਾਈਨ 'ਚ ਲੱਗੇ ਆ, ਪਹਿਲਾਂ ਹੀ ਕੰਮ ਕਰਾਂਗੇ। ਹੁਣ ਉੱਥੇ ਤੂੰ ਵਿਵੇਕ ਬੁੱਧੀ ਨੂੰ ਲੈ ਕੇ ਜਾਏਗਾ, ਲਾਈਨ 'ਚ ਲੱਗਣ ਦਿੰਦੇ ਅਗਲੇ। ਬਿਲਕੁਲ। ਆਪ ਹਸਪੀਟਲ ਜਾ ਕੇ ਕਿਤੇ ਕਾਊਂਟਰ ਤੇ ਜਾ ਕੇ ਟਿਕਟ ਬੁੱਕ ਕਰਾਓ ਤੇ 7-8 ਬੰਦੇ ਖਲੋਤੇ ਹੋਣ ਤੇ ਤੁਸੀਂ ਕਹੋ ਭਾਈ ਮੈਨੂੰ ਪਹਿਲਾਂ ਲੰਘਣ ਦਿਓ। ਪਹਿਲੀ ਗੱਲ ਤੇ ਤੁਸੀਂ ਤੁਹਾਨੂੰ ਵਿੱਚ ਨਹੀਂ ਵੰਡ ਦੇਣਾ ਅਗਲਿਆਂ ਨੇ। ਨਾ ਨਾ ਨਾ। ਆਪ ਤੇ ਇਹ ਜਿਹੜੇ ਤੁਹਾਡੇ ਜਨਮਾਂ ਦੇ ਤੁਹਾਡੇ ਜਿਹੜੇ ਕਰਿੰਦੇ ਹੈਗੇ ਨੇ ਮੂਸੇ, ਇਹ ਲੈਣ ਦੇ ਵਿੱਚ ਨਵਾਂ ਬੰਦਾ ਵੜਨਾ ਕੋਈ ਮਜ਼ਾਕ ਦਾ ਕੰਮ ਨਹੀਂ ਆ। ਬਿਲਕੁਲ। ਪਰ ਜਦੋਂ ਬੰਦਾ ਵੜ ਗਿਆ ਨਾ ਤੇ ਕੰਮ ਬੜਾ ਵੱਡਾ ਹੋ ਜਾਣਾ ਜੀ। ਉਹਨੂੰ ਵਿੱਚ ਵਾੜਨਾ ਹੈ ਔਰ ਇੱਕਦਮ ਨਹੀਂ, ਇੱਕ ਸੰਸਾਰਕ ਲੈਣ 'ਚ ਬੰਦਾ ਨਹੀਂ ਵੜ ਸਕਦਾ। ਉਹ ਸੂਖਮ ਜਿਹੜੇ ਅੰਦਰ ਹੈਗੇ 7, ਉਹਨਾਂ 'ਚ ਇੱਕ ਵਿਵੇਕ ਬੁੱਧੀ ਨਾਮ ਦਾ ਜਿਹੜਾ ਬੰਦਾ ਵਿੱਚ ਵਾੜਨਾ, ਲੈਣ ਦੇ ਵਿੱਚ ਖਿਲਾਰਨਾ ਵਾ। ਅਜੇ ਕਾਊਂਟਰ ਤੇ ਨਹੀਂ ਪਹੁੰਚਿਆ, ਲੈਣ 'ਚ ਖਲੋਣਾ ਜੀ, ਰੌਲਾ ਪੈ ਜਾਣਾ ਉੱਥੇ। ਉਹਨੇ ਕਹਿਣਾ ਇਹ ਬੰਦਾ ਕੌਣ ਹੈ? ਅਸੀਂ ਕੰਮ ਕਰਦੇ ਆਏ ਆ, ਕਾਮ ਨੇ ਆਪਣਾ ਕੰਮ ਕਹੂਗਾ ਭਈ ਤੂੰ ਜਦੋਂ ਹੁਕਮ ਕੀਤਾ ਦੱਸ, ਮੈਂ 1 ਮਿੰਟ 'ਚ ਕੰਮ ਕੀਤਾ ਤੇਰਾ। ਹਾਂ, ਸਾਡੀ ਬੁੱਧੀ ਚੱਲਦੀ ਸੀਗੀ, ਇਹ ਨਵੀਂ ਬੁੱਧੀ ਕਿੱਧਰੋਂ ਆ ਗਈ? ਸਾਡੀ ਬੁੱਧੀ ਔਰ ਸਾਰਾ ਸਿਸਟਮ ਸਾਡਾ ਤੇ ਆਲਰੇਡੀ 7-8 ਬੰਦੇ ਬੈਠੇ ਹੀ ਤੇ ਆਪਣੇ ਟੌਰ ਨਾਲ ਕੰਮ ਚਲਾਉਂਦੇ ਆ। ਤੇ ਤੈਨੂੰ ਆਹ ਬੰਦਾ ਕਿੱਥੋਂ ਲੋੜ ਪੈ ਗਈ? ਵਿਵੇਕ ਬੁੱਧੀ ਆ ਜਿਹੜਾ ਬਿਮਲ ਦੀ ਗੱਲ ਕਰ ਰਹੇ ਜੋ, ਇਹਦੀ ਕਿੱਥੋਂ ਲੋੜ ਪੈ ਗਈ? ਉਹ ਅਸੀਂ ਕੰਮ ਕਰਦੇ ਆਏ ਆ, ਤੇਰਾ ਹੀ ਤੂੰ ਭੁੱਲ ਗਿਆ ਸਾਨੂੰ? ਕ੍ਰੋਧ ਕਹਿੰਦਾ ਮੈਂ ਖਲੋਤਾ ਕਿਸੇ ਚਿਰ ਦਾ ਕਾਊਂਟਰ ਤੇ, ਤੂੰ ਇਹ ਤੇ ਲਾਈਨ 'ਚ ਲੱਗਣ ਨੂੰ ਫਿਰਦਾ, ਅਸੀਂ ਤੇ ਲੱਗੇ ਹੋਏ ਆ, ਖਲੋਤੇ ਆ, ਤੂੰ ਕੰਮ ਦੇ ਸਾਨੂੰ। ਲੋਭ ਕਹਿੰਦਾ ਮੈਂ ਲਿਆਉਣਾ ਕੰਮ, ਦੱਸ ਕਿਹੜੀ ਚੀਜ਼ ਚੱਕੀ ਦੀ ਆ, ਚੱਕ ਲਿਆ। ਉਹ ਕਹਿੰਦਾ ਮੈਂ ਕੰਮ ਕਰਦਾ, ਪਰ ਇਹ ਜਿਹੜਾ ਜਿੱਥੇ ਵਿੰਡੋ 'ਚ ਕੰਮ ਆਉਂਦਾ ਵਾ, ਅਸੀਂ ਸਾਥੇ ਆ, ਪਹਿਲਾਂ ਸਾਨੂੰ ਕੰਮ ਮਿਲਣਾ ਚਾਹੀਦਾ। ਹੁਣ ਇੱਥੇ ਤੁਹਾਡੀ ਅਕਲ ਚਾਹੀਦੀ ਆ ਸਾਧ ਸੰਗਤ ਜੀ। ਇੱਕ ਵਿਵੇਕ ਬੁੱਧੀ ਵਿੱਚ ਵਾੜ ਦੋਗੇ ਨਾ, 7 ਦੇ 7 ਹੀ ਠੰਡੇ ਹੋ ਜਾਣਗੇ। ਤੁਸੀਂ ਕਹੋਗੇ ਕਿ ਕੰਮ ਕਰਾਂਗਾ, ਧੀਰਜ ਰੱਖਾਂਗਾ, ਮੈਨੂੰ ਸਮਾਂ ਦਿਓ, ਪਹਿਲਾਂ ਵਿਵੇਕ ਦੇ ਨਾਲ ਮੈਂ ਪਰਖਾਂਗਾ, ਫਿਰ 7 ਤੋਂ ਕੰਮ ਕਰਾਉਂਗਾ, ਜੇ ਲੋੜ ਹੈਗੀ 3 ਤੋਂ ਕਰਾਉਂਗਾ, ਨਹੀਂ ਤਾਂ ਮੈਂ ਵਿਵੇਕ ਤੋਂ ਕੰਮ ਕਰਾਉਂਗਾ। ਇਹਨਾਂ ਤੇ ਕੰਮ ਕਹਿ ਰਹੇ ਕਬੀਰ। ਠੀਕ ਹੈ ਜੀ ਸਾਹਿਬ? ਬਿਲਕੁਲ। ਇਹ 7 ਦਾ ਕੰਮ ਕੀਤਾ ਹੋਇਆ ਪਹਿਲਾਂ ਦੇਖੂੰਗਾ ਵੀ ਇਹ ਕੰਮ ਜੋ ਕਰ ਰਿਹਾ ਮੇਰੇ ਫਾਇਦੇ ਦਾ ਕਰ ਰਿਹਾ ਕਿ ਨੁਕਸਾਨ ਦਾ ਕਰ ਰਿਹਾ। ਹਾਂ, ਇਹਦੇ ਲਈ ਆਪਾਂ ਜੇ 2 ਮਿੰਟ ਦਾ ਕੰਮ ਤੁਸੀਂ ਨਜ਼ਰ ਮਾਰੋ ਕੀ ਤੁਹਾਨੂੰ ਪ੍ਰਾਪਤ ਹੋਇਆ, ਕੁਛ ਲੱਭੇ। ਤੇ ਜੇ ਉਹ ਆਪਾਂ ਨੂੰ ਗਿਆਨ ਹੋ ਗਿਆ, ਇੰਨਾ ਹੀ ਤੇ ਕੰਮ ਹੈ, ਹੋਰ ਕੀ ਹੈ ਕੰਮ? ਦੇਖੋ ਕੰਮ ਤੇ ਹੋਣਾ ਵਾ, ਕੰਮ ਨੂੰ ਤੇ ਨਹੀਂ ਕੋਈ ਰੋਕ ਸਕਦਾ, ਕਿਉਂਕਿ ਅਸੀਂ ਜੰਮ ਗਏ ਹਾਂ, ਪੈਦਾ ਹੋ ਗਏ ਹਾਂ। ਕਹਿੰਦੇ ਆ ਜਿਹੜੇ ਗ੍ਰੰਥਾਂ 'ਚ ਪਤਾ ਕੀ ਲਿਖਿਆ, ਕਹਿੰਦੇ ਤੂੰ ਪੈਦਾ ਹੋ ਗਿਆ ਨਾ, ਸਮਝ ਲਓ ਦੁੱਖ ਸ਼ੁਰੂ ਹੋ ਗਿਆ। ਪੈਦਾ ਹੋਣਾ ਹੀ ਤੇ ਮੁਸੀਬਤ ਹੈ। ਬਿਲਕੁਲ। ਇਹ ਮੈਟਰ ਨਹੀਂ ਕਰਦਾ ਤੂੰ ਕਿੱਥੇ ਬੈਠਾ ਹੈ, ਰਾਜਾ ਹੈ ਜਾਂ ਕੀ ਹੈ, ਤੂੰ ਪੈਦਾ ਹੋ ਗਿਆ, ਕੰਮ ਚਾਲੂ ਹੋ ਗਿਆ, ਮੀਟਰ ਘੁੰਮ ਪਿਆ। ਹੁਣ ਬੜਾ ਔਖਾ, ਇਹਨੂੰ ਰੋਕਣਾ ਬੜਾ ਔਖਾ। ਹੁਣ ਇਹਨੂੰ ਰੋਕਣ ਦਾ ਇੱਕ ਤਰੀਕਾ ਹੈ, ਮਨ ਤੇ ਤਨ ਨੂੰ ਇਕੱਠਾ ਕਰਨਾ ਪਾਬੰਦਗੀ ਦੇ ਵਿੱਚ, ਹੋਰ ਕੁਛ ਨਹੀਂ ਕਰਨਾ। ਕਿਉਂਕਿ ਤਨ ਹੈਗਾ ਜੜ, ਤੇ ਜੜ ਦਾ ਮਾਲਕ ਹੈਗਾ ਮਨ। ਇਹ ਮਨ ਤੇ ਤਨ ਨੂੰ ਆਪਾਂ ਨਾ ਇਹ ਕੀ ਕਰਨਾ ਹੈ ਕਿ ਜਦੋਂ ਸੁਰਤੀ ਦੇ ਵਿੱਚ ਮਨ ਜਾਂਦਾ ਹੈ ਨਾ, ਇਕੱਠੇ ਹੋ ਜਾਂਦੇ ਆ, ਫਿਰ ਇਹ ਮਨ ਨਹੀਂ ਰਹਿ ਜਾਂਦਾ, ਉੱਥੇ ਕੇਵਲ ਚੇਤਨਾ ਧਿਆਨ ਹੀ ਰਹਿ ਜਾਂਦਾ ਹੈ। ਸ਼ੁੱਧ ਚੇਤਨਾ ਮਤਲਬ ਤੁਹਾਡਾ ਧਿਆਨ। ਹੁਣ ਕੋਈ ਝੀਲ ਦੇ ਵਿੱਚ ਨਾ ਕੋਈ ਤਰੰਗ ਨਹੀਂ ਹੈਗੀ, ਇੱਕਦਮ ਸ਼ਾਂਤ ਝੀਲ। ਉਸ ਸ਼ਾਂਤ ਝੀਲ ਦੇ ਵਿੱਚ ਤੁਹਾਨੂੰ ਚੰਦਰਮਾ ਆਪਣੇ ਆਪ ਹੀ ਦਿਖਾਈ ਦੇਗਾ, ਕਿਸੇ ਕੋ ਪੁੱਛਣ ਦੀ ਲੋੜ ਨਹੀਂ। ਹੁਣ ਝੀਲ ਕਿਤੇ ਆਪਣੇ ਕਿਤੇ ਜਾਓ, ਤੁਸੀਂ ਕਹੋਗੇ ਚੰਦਰਮਾ ਨਹੀਂ ਦਿਖਦਾ, ਕਿਉਂ ਨਹੀਂ ਦਿਖੇਗਾ? ਜਦੋਂ ਝੀਲ ਸ਼ਾਂਤ ਆ, ਕੋਈ ਲਹਿਰ ਕੋਈ ਨਹੀਂ ਹੈਗੀ, ਨਿਜਰ ਸਾਹਿਬ, ਚੰਦਰਮਾ ਦਾ ਅਕਸ਼ ਬਣਨਾ ਹੀ ਬਣਨਾ। ਹਾਂਜੀ ਨਿਜਰ ਸਾਹਿਬ, ਬਿਲਕੁਲ ਬਣੇਗਾ ਜੀ, ਬਿਲਕੁਲ ਬਣੇਗਾ। ਹੁਣ ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜਦੋਂ ਵੀ ਆਪਾਂ ਆਪਣੇ ਅੰਤਰਾਕਰਨ 'ਚ ਕੋਈ ਕਮਾਂਡ ਆਉਂਦੀ ਆ, ਉਸ ਕਮਾਂਡ ਨੂੰ ਪਲੀਜ਼ ਜਸਟੀਫਾਈ ਕਰੋ, ਉਹਨੂੰ ਚੈੱਕ ਕਰੋ ਕੀ ਹੈ, ਉਹਦੇ ਰਿਜ਼ਲਟ ਕੀ ਹੋਵੇਗਾ। ਕਿਉਂਕਿ ਜਿੰਨਾ ਚਿਰ ਤੱਕ ਆਪਾਂ ਉਸ ਚੀਜ਼ ਨੂੰ ਵੇਂਦੇ ਨਹੀਂ ਆ ਨਾ, ਉਹਨਾਂ ਚਿਰ ਤੱਕ ਗੱਲ ਨਹੀਂ ਬਣੇਗੀ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੋ। ਅੱਗੇ ਤਾਂ ਬਸ ਫਿਰ ਐਕਸ਼ਨ ਸ਼ੁਰੂ ਹੋ ਗਈ। ਹੁਣ ਜਿਹੜਾ ਹੈਗਾ ਉਹਨੂੰ ਬੁੱਧੀ ਨੂੰ ਆਉਣ ਦੇ ਦਿੱਤਾ, ਤੇ ਉਹਨੇ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਸੇ ਕਰਤੇ, ਤੇ ਉਹ ਸ਼ੁਰੂ ਹੋ ਗਿਆ, ਉਹਦਾ ਧਿਆਨ ਸਿਮਰਨ ਸ਼ੁਰੂ ਹੋ ਗਿਆ। ਉਹ ਤਾਂ ਪਹੁੰਚ ਗਿਆ ਉੱਥੇ ਜਿਹੜਾ ਹੈਗਾ ਤ੍ਰਿਵੇਣੀ ਦੇ ਉੱਤੇ, ਜਿਹੜਾ ਹੈਗਾ ਗੋਮਤੀ ਦੇ ਕੰਢੇ ਦੇ ਉੱਤੇ। ਆਸਾ ਹਜ ਹਮਾਰਾ ਗੋਮਤੀ ਤੀਰ, ਜਹਾਂ ਬਸੇ ਪੀਤੰਬਰ ਵੀ ਪੀਰ। ਕਹਿੰਦੇ ਉਸ ਜਗ੍ਹਾ ਤੇ ਤਾਂ ਪੀਤੰਬਰ ਕਹਿੰਦੇ ਆ ਉਹ ਮਾਲਕ ਪਰਮਾਤਮਾ, ਉਹ ਪੀਰ ਜਿਹੜਾ ਸਾਰਿਆਂ ਦਾ ਪੀਰ ਆ, ਉੱਥੇ ਵਸਦਾ ਹੈ। ਉਹ ਜਿਹੜਾ ਹੈਗਾ
ਜਿਹੜਾ ਮੇਰੇ ਦਸਮ ਦੁਆਰ ਤੇ त्रिवेणी संगम ਦੇ ਉੱਤੇ ਗੋਮਤੀ ਦੇ ਕੰਢੇ ਦੇ ਉੱਤੇ ਹੱਜ ਹਮਾਰੀ ਗੋਮਤੀ ਤੀਰ, ਇਹ ਗੋਮਤੀ ਦਰਿਆ ਜਿਹੜਾ ਹੈਗਾ ਨਾ, ਇਹਨੂੰ ਕਦੀ ਦੇਖਿਓ, ਗੋਮਤੀ ਐਸੀ ਸੱਪ ਵਾਂਗੂ ਘੁੰਮਦੀ ਹੈ, ਵਾਪਸ ਉਧਰ ਨੂੰ ਘੁੰਮ ਜਾਂਦੀ, ਫਿਰ ਵਾਪਸ ਆ ਜਾਂਦੀ ਹੈ। ਪਤਾ ਨਹੀਂ ਇਸ ਤਰ੍ਹਾਂ ਜਿਹੜੀਆਂ ਇਹਨੇ ਕਿਸ ਤਰ੍ਹਾਂ ਜਿਹੜੇ ਹੈਗੇ ਐਸ ਵਾਂਗੂ ਬਣਾ ਕੇ ਘੁੰਮਦੀ ਹੈ ਗੋਮਤੀ। ਇਹ ਜਾ ਕੇ ਫਾਈਨਲ ਫਿਰ ਅੱਗੇ ਜਾ ਕੇ ਜਿਹੜਾ ਹੈਗਾ ਗੰਗਾ ਦੇ ਵਿੱਚ ਮਿਲਦੀ ਹੈ। ਹੱਜ ਹਮਾਰੀ ਗੋਮਤੀ ਤੀਰ ਜਹਾਂ ਬਸੇ ਪੀਤੰਬਰ ਪੀਰ, ਕਹਿੰਦੇ ਉੱਥੇ ਕੌਣ ਬਸਦਾ ਹੈ ਦਸਮ ਦੁਆਰ ਤੇ? ਕਹਿੰਦੇ ਮਾਲਕ ਪੀਤੰਬਰ, ਮਾਲਕ ਪਰਮਾਤਮਾ ਬਸਦਾ ਹੈ। ਉਹ ਆ ਮੇਰਾ ਗੋਮਤੀ ਦਾ ਕਿਨਾਰਾ, ਉਹ ਮੇਰਾ ਹੱਜ ਹੈਗਾ। ਦੇਖੋ ਇੱਧਰ ਹੱਜ ਲਾ ਰਹੇ ਮੁਸਲਮਾਨਾਂ ਦਾ, ਔਰ ਦੂਜੇ ਪਾਸੇ ਗੋਮਤੀ ਤੀਰ ਕਰ ਰਹੇ। ਕਹਿੰਦਾ ਮੇਰਾ ਹੱਜ ਇੱਥੇ ਹੀ ਹੈਗਾ ਭਾਈ, ਅੰਦਰ ਹੀ ਮੇਰੇ ਹੱਜ ਹੈਗਾ, ਦਸਮ ਦੁਆਰ ਹੀ ਮੇਰਾ ਹੱਜ ਹੈਗਾ। हज हमारी गोमती तीर जहां बसे पीतंबर पीर, वाह वाह क्या खूब गावता है, हर का नाम मेरे मने भावता है रहा। कहते कमाल होई पई आ, ये जेड़े हैगे आ मेरियां ज्ञान इंद्रियां, कर्म इंद्रियां और मेरा मन सुरत जिहड़ी हैगी ऐसी लग गई नाम दे विच। वाह वाह क्या खूब गावता है, कहते मेरे मन नूं भाउण लग गया, हुण मैनूं चंगा लगन लग गया है। हर का नाम मेरे मन भावता है रहाओ। हाँ जी वीर जी। हाँ जी ठीक है जी, पहली तो बोल दे जैसा हज हमारी गोमती तीर जहां बसे पीतंबर पीर। अच्छा गोमती का मतलब हो गया दसम द्वार। कहते साडा जिहड़ा हज है ना, तुसीं बाहरी हज करदे जे ना, साडा हज हैगा साडे अंदर। हाँ ਹੁਣ ਅੰਦਰ ਦੇਖ ਲਓ, ਅੰਦਰ ਦਾ ਮਤਲਬ ਵਿਚਾਰ ਮੁਕਤ ਅਵਸਥਾ। ਬਸ ਕਹਿੰਦੇ ਉੱਥੇ ਪੀਤੰਬਰ ਪੀਰ ਵਸਦਾ ਹੈ, ਕਹਿੰਦੇ ਸਭ ਤੋਂ ਵੱਡਾ ਪੀਰ ਮਾਲਕ। ਆਪ ਜਸਟ ਦੇਖੋ ਬਾਣੀ ਦੇ ਵਿੱਚ ਕਿਆ ਰੂਪ, ਨਾ ਰੰਗ, ਨਾ ਰੇਖ, ਕੁਝ ਤ੍ਰੈ ਗੁਣ ਤੇ ਪ੍ਰਭ ਹੈ। ਹੁਣ ਇੱਥੇ ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ, ਕਿੰਨਾ ਭਰਮ ਲੋਕ ਫੈਲਾ ਰਹੇ ਨੇ। परमात्मा का ना रूप है, ना ਉਹਦਾ ਕੋਈ रंग है, ना ਉਹਦੀ कोई रेख है, ਇਹ जो भी कुछ हैगा ਉਹਦੇ अंदर जो। हाँ और देखो और एक चीज हो रहा गोरकी साहब, ना हिंदू ना मुसलमान ਸਾਰਿਆਂ ਦਾ ਉਹ ਹੈਗਾ ਆ, ਇੱਥੇ ਹੱਜ ਕਰ ਰਹੇ ਆ ਗੋਮਤੀ ਤੀਰ ਤੇ ਹੱਜ। ਹਾਂ ਤੇ ਦੇਖ ਲਓ, ਕਹਿੰਦਾ ਬਾਰੀ ਜਿਹੜਾ ਤੂੰ ਤੀਰਥਾਂ ਤੇ ਜਾ ਕੇ ਟੁੱਡੀਆਂ ਮਾਰਦਾ ਨਾ, ਉਹ ਜਿਹੜਾ ਜਿੱਥੇ ਜਾ ਕੇ ਤੂੰ ਪੱਥਰਾਂ ਨੂੰ ਮੱਥੇ ਟੇਕਦਾ ਹੈ। ਮੁਸਲਮਾਨ ਵੀ ਮੂਰਤੀ ਪੂਜਾ ਕਰਦੇ ਨੇ, ਉੱਥੇ ਪੱਥਰ ਹੀ ਤੇ ਪਿਆ, ਬਿਲਕੁਲ ਪੱਥਰ ਪਿਆ ਹੈ ਜੀ। ਹਾਂ ਪਰ ਉਹ ਉਹਨਾਂ ਨੂੰ ਤਾਂ ਉਹ ਦੇਦਾ, ਉਹ ਕਹਿੰਦੇ ਪੱਥਰ ਕੀ ਰੱਬ ਬੈਠਾ। ਇੱਥੇ ਜਿਸਤ ਦੇਖੋ ਗ੍ਰੰਥਾਂ 'ਚ ਕਿੰਨਾ ਰੌਲਾ ਪਾਇਆ ਕਿ ਇਹ ਜਿਹੜਾ ਹੱਜ ਆ ਉਹ ਸਾਡੇ ਅੰਦਰ ਹੈ। ਸਾਡੇ ਅੰਦਰ ਬਾਣੀ 'ਚ ਇੱਕ ਤੁਕ ਆਉਂਦੀ ਆ, ਕਹਿੰਦੇ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥ ਨਾਵਾਂ, एक शब्द मेरे प्राण बसत है बौड़ जन्म नाम। बिल्कुल देखो मन मंदिर तन वेश कलंदर घट ही तीर्थ नाम, मेरे अंदर ही तीर्थ है जिथे मैं इशनान कर। एक शब्द, शब्द का मतलब परमात्मा जी। हाँ अखरां दा शब्द ना समझ लियो। बिल्कुल जदों साडा मन उस विच लीन हो जाता है फिर कली चेतना रह जाती है, ਉਹਨੂੰ ਹੀ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਮੇਰੇ ਪ੍ਰਾਣਾਂ ਦੇ ਵਿੱਚ ਵਸਦਾ ਹੈ ਕਿ ਮੈਂ ਉਹਦੇ ਵਿੱਚ ਵਸਦਾ ਵਾਂ। ਜਿੱਦਾਂ ਬੂੰਦ ਸਾਗਰ 'ਚ ਤੇ ਸਾਗਰ ਬੂੰਦ 'ਚ ਇੱਕੋ ਹੀ ਚੀਜ਼ ਹੈ। ਜਦੋਂ ਉਹਦੇ ਨਾਲ ਮੇਰਾ ਮੇਲ ਹੋ ਜਾਂਦਾ ਬੌੜ ਜਨਮ ਨਾ। ਹੁਣ ਉਸੇ ਹੱਜ ਦੀ ਗੱਲ ਕਰਦੇ ਨੇ ਕਿ ਉਹ ਹੱਜ ਮੇਰੇ ਬਾਹਰ ਨਹੀਂ ਹੈਗਾ ਤੇ ਨਾ ਹੀ ਬਾਹਰ ਦਾ ਹੱਜ ਜਿਹੜਾ ਵਾ ਉਹ ਮੇਰੇ ਮਨ ਦੀ ਮਲੀਨਤਾ ਨੂੰ ਦੂਰ ਕਰ ਸਕਦਾ ਨਿਜਾ ਸਾਹਿਬ। ਬਿਲਕੁਲ। ਔਰ ਗੋਰਖੀ ਸਾਹਿਬ ਦੇਖੋ ਕੋਈ ਕੁਐਸਚਨ ਕਰ ਲੈਂਦੇ, ਕਹਿੰਦੇ ਜੀ ਸ਼ਬਦ ਪਰਮਾਤਮਾ ਸ਼ਬਦ ਕਿਵੇਂ ਹੋ ਗਿਆ? ਉਹ ਭਾਈ ਬਾਣੀ ਤਾਂ ਕਹਿ ਰਹੀ ਹੈ ਕਿ ਰੂਪ ਨਾ ਰੇਖ ਨਾ ਰੰਗ ਕੀ ਤ੍ਰੈਗੁਣ ਤੇ ਪ੍ਰਾਪਿਨ, ਔਰ ਪ੍ਰਮਾਤਮਾ ਜਿਹੜਾ ਹੈਗਾ ਔਰ ਸਾਰੀ ਦੀ ਸਾਰੀ ਕਮਾਂਡ, ਸਾਰੀ ਦੀ ਸਾਰੀ ਦੁਨੀਆ, ਸਾਰੀ ਦੀ ਸਾਰੀ ਹਰ ਚੀਜ਼ ਰਚਨਾ, ਸਾਰਾ ਕੁਝ ਇਹ ਕਿਹਨੇ ਬਣਾਇਆ? ਮਾਲਕ ਨੇ ਬਣਾਇਆ। ਮਾਲਕ ਕੌਣ ਆ? ਉਹ ਮਾਲਕ ਜਿਹੜਾ ਆਰਡਰ ਹੈਗਾ, ਕਮਾਂਡ, ਸ਼ਬਦ, ਉਹਦੇ ਨਾਲ ਉਹ ਮਾਲਕ ਦਾ ਕਮਾਂਡ ਚੱਲਦੀ ਹੈ, ਇਸ ਕਰਕੇ ਉਹਨੂੰ ਸ਼ਬਦ ਰੂਪ ਕਹਿੰਦੇ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਪ੍ਰਕਿਰਤੀ ਦੇਖੋ ਜੀ, ਪ੍ਰਕਿਰਤੀ ਸਾਰੀ ਚੀਜ਼ ਨੂੰ ਸਪੋਰਟ ਕਰਦੀ ਹੈ, ਚੰਗੀ ਨੂੰ ਵੀ ਸਪੋਰਟ ਕਰੇਗੀ ਤੇ ਮਾੜੀ ਨੂੰ ਵੀ ਕਰੇਗੀ। ਤੁਹਾਨੂੰ ਕੋਈ ਰੋਕਦਾ ਥੋੜੀ ਆ, ਕੋਈ ਮਾੜਾ ਕੰਮ ਕਰ ਲਓ, ਕੌਣ ਰੋਕਣ ਦੇ ਤੁਹਾਨੂੰ? ਕੋਈ ਨਹੀਂ ਰੋਕੇਗਾ। ਪਰ ਇਹ ਆ ਕਿ ਇਸ ਲਈ ਸਾਨੂੰ ਬੁੱਧੀ ਦਿੱਤੀ ਆ।
ਹੁਣ ਜਾਨਵਰ ਨੇ ਕੋਈ ਕਰਮ ਮਾੜਾ ਕੀਤਾ, ਉਹਨੂੰ ਕੋਈ ਸਜ਼ਾ ਥੋੜੀ ਮਿਲਣੀ ਹੈ, ਉਹਦੇ ਕੋਲ ਕਿਹੜਾ ਵਿਵੇਕ ਹੈਗਾ। ਉਹਨੂੰ ਰੱਬ ਨੇ ਉਹਨਾਂ ਕੀ ਗਿਆਨ ਦਿੱਤਾ ਹੈ, ਪਰ ਉਹਨੂੰ ਇੰਨਾ ਪਤਾ ਕਿ ਜਿੰਨੀ ਕੁ ਭੁੱਖ ਲੱਗੀ ਉਹਨਾਂ ਕੀ ਰਾਸ਼ਨ ਚਾਹੀਦਾ। ਉਹ ਤਾਂ ਜੰਗਲ ਤੋਂ ਨਿਜੋ ਸਾਹਿਬ, ਉਹ ਤਾਂ ਆਲਰੇਡੀ ਗੋਰਖੀ ਸਾਹਿਬ ਜਿਹੜਾ ਹੈਗਾ ਵਿਚਾਰਾ ਜਿਹੜਾ ਜੇਲ੍ਹ 'ਚ ਹੀ ਹੈ, ਸਜ਼ਾ 'ਚ ਹੀ ਹੈਗਾ ਉਹ। ਇਹ ਤੇ ਉਹ ਇਸ ਕਰਕੇ ਉਹ ਮਿਸਟੇਕ ਨਹੀਂ ਕਰਦੇ ਸਾਡੇ ਵਾਂਗੂ, ਪਰ ਇਹ ਆ ਕਿ ਅਸੀਂ ਕਰਦੇ ਹਾਂ। ਜਦੋਂ ਅਸੀਂ ਸੋਚਦੇ ਹਾਂ ਕਿ ਜਾਨਵਰ ਜਿਹੜੇ ਬੰਦੇ ਵਾਂਗੂ ਬਿਹੇਵ ਕਰਨ ਤੇ ਫਿਰ ਮੁਸ਼ਕਿਲ ਹੋ ਜਾਏ। ਹਾਂਜੀ ਠੀਕ ਹੈ ਨਿਜੋ ਸਾਹਿਬ, ਅਗਲੀ ਤੁਕ ਬੋਲੋ। ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨੇ ਭਾਵਤਾ ਹੈ। ਕਹਿੰਦੇ ਮੇਰਾ ਮਨ ਜਿਹੜਾ ਹੈਗਾ ਲੱਗ ਗਿਆ ਹੁਣ, ਮੇਰੀ ਸੁਰਤ ਜਿਹੜੀ ਹੈਗੀ ਆ ਉਹ ਧਿਆਨ ਸਿਮਰਨ ਕਰਨ। ਕਹਿੰਦੇ ਕਿੰਨਾ ਮਤਲਬ ਇੰਨਾ ਸਵਾਦ ਆਉਣ ਲੱਗ ਗਿਆ ਕਬੀਰ ਜੀ ਨੂੰ। ਕਹਿੰਦੇ ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨੇ ਭਾਵਤਾ ਹੈ। ਕਹਿੰਦੇ ਮੇਰੇ ਮਨ ਨੂੰ ਭਾਉਂਦਾ ਹੈ ਹੁਣ ਇਹ ਚੰਗੀ ਲੱਗਦੀ ਹੈ ਭਗਤੀ ਮੈਨੂੰ। ਇਹ ਹੁਣ ਸਿੱਲ ਅਲੂਣੀ ਨਹੀਂ ਹੈ ਲੱਗਦੀ, ਇਹ ਜਿਹੜੇ ਇਹਦੇ 'ਚ ਰਸ ਆਉਂਦਾ ਹੈ ਹੁਣ ਰਹਾਓ। ਹਾਂਜੀ ਵੀਰ ਜੀ ਠੀਕ ਹੈ ਸਾਧ ਸੰਗਤ ਜੀ, ਇੱਥੇ ਇਹੋ ਕਬੀਰ ਜੀ ਸਾਨੂੰ ਫੇਰ ਸਮਝਾ ਰਹੇ ਨੇ, ਸਾਡੀ ਹੌਸਲਾ ਅਫਜ਼ਾਈ ਕਰ ਰਹੇ। ਉਹ ਕਹਿੰਦੇ ਕਿ ਜਦੋਂ ਤੂੰ ਲਗਾਤਾਰ ਇਸ ਡਾਇਰੈਕਸ਼ਨ ਵੱਲ ਚੱਲੇਗਾ ਨਾ, ਤੇ ਜਿਹੜਾ ਤੇਰਾ ਅੰਦਰ ਦਾ ਚਿੱਤ ਸੀ ਅਸ਼ਾਂਤ ਸੀ, ਮੁੜ ਕੇ ਸ਼ਾਂਤ ਹੋ ਜਾਵੇਗਾ, ਹੋਣ ਲੱਗ ਜਾਵੇਗਾ, ਹੋ ਜਾਵੇਗਾ। ਇੱਕ ਲੱਗ ਚੀਜ਼ ਆ ਥੋੜੀ ਜਿਹੀ ਪ੍ਰੋਗਰੈਸ, ਉਹਦੇ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ। ਉਹ ਫਿਰ ਕੀ ਕਰੂਗਾ ਕਿ ਫਿਰ ਉਹ ਤੁਹਾਡਾ ਜਿਹੜਾ ਅੰਤਰਾਕਰਨ ਹੈ ਉਹ ਪ੍ਰਮਾਤਮਾ ਦੇ ਗੁਣ ਗਾਊਗਾ, ਉਹਦੇ ਢੋਲੇ ਤੇ ਉਹਦੇ ਮਾਈਏ ਗਾਉਣੇ ਉਹਨੇ। ਫਿਰ ਉਹਨੂੰ ਸਧਾਰਨ ਉਹਨੇ ਸੰਗੀਤ ਨਹੀਂ ਪਲੇ ਕਰਨਾ, ਸੰਸਾਰ ਦਾ ਕੋਈ ਵੀ ਰਾਗ ਉਹਦੇ ਚੱਲੇਗਾ ਨਹੀਂ, ਉਹਦੇ ਕੈਸ ਚੱਲਣੀ ਹੈ ਕੱਲੀ ਪ੍ਰਮਾਤਮਾ ਦੀ, ਪਰ ਉਹਦੇ ਹੀ ਗੁਣ ਗਾਊਗਾ। ਕਿਉਂਕਿ ਬਹੁਤ ਨੇੜਤਾ ਆ ਜਾਂਦੀ ਹੈ, ਜਿਵੇਂ ਜਿਵੇਂ ਨੇੜਤਾ ਹੁੰਦੀ ਹੈ ਨਾ। ਦੇਖੋ ਆਪ ਦੇਖੋ ਹੁਣ ਗੁਲਾਬ ਦੇ ਫੁੱਲ ਦੀ ਖੁਸ਼ਬੂ ਹੈ, ਉਹ ਸਾਨੂੰ ਪ੍ਰਭਾਵਿਤ ਕਰਦੀ ਹੈ ਨਾ। ਉਹਦੇ ਲਾਗੇ ਆਪਾਂ ਜਾਂਦੇ ਹਾਂ ਜਾਂ ਬਦਬੂ ਦੇ ਲਾਗੇ ਜਾਂਦੇ ਹਾਂ ਤੇ ਨਿਜਰ ਸਾਹਿਬ ਉਹਦੀ ਸੰਗਤ ਸਾਨੂੰ ਇਫੈਕਟ ਕਰਦੀ ਹੈ ਨਾ। ਬਿਲਕੁਲ। ਆਪ ਇਹਦਾ ਮਤਲਬ ਕਿ ਜਦੋਂ ਅਸੀਂ ਆਤਮਾ ਤੱਤ ਦੇ ਕਰੀਬ ਜਾਂਦੇ ਹਾਂ ਨਾ, ਤੇ ਉਹ ਵੀ ਸੰਗਤ ਸਾਡੇ ਜੀਵਨ 'ਚ ਇਫੈਕਟ ਕਰੇਗੀ। ਬਿਲਕੁਲ ਗੋਰਖੀ ਸਾਹਿਬ ਪ੍ਰਭਾਵਿਤ ਕਰਨਾ ਹੈ। ਹਾਂਜੀ ਗੋਰਖੀ ਸਾਹਿਬ ਦਸਮ ਦੁਆਰ ਦੇ ਕਹਿੰਦੇ ਜਿਨ੍ਹਾਂ ਦੀ ਸੁਰਤ ਨੇੜੇ ਹੋ ਜਾਂਦੀ ਹੈ ਦਸਮ ਦੁਆਰ ਦੇ, ਤੇ ਉਹਨਾਂ ਦੇ ਅੰਦਰ ਖੁਸ਼ਬੂ ਔਰ ਇਹ ਸਾਰੇ ਜਿਹੜੇ ਹੈਗੇ ਉਹਨਾਂ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ, ਨਾਦ ਸੁਣਨੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ, ਇਹ ਸ਼ਬਦ ਸੁਣਨੇ ਸ਼ੁਰੂ ਹੋ ਜਾਂਦੇ ਆ। ਹਾਲਾਂਕਿ ਖੁੱਲਾ ਨਹੀਂ ਹੈ ਦਸਮ ਦੁਆਰ, ਫਿਰ ਵੀ ਜਿਹੜਾ ਹੈਗਾ ਉਹਦੇ ਨੇੜੇ ਹੋਣ ਦੇ ਨਾਲ ਹੀ ਉਹਦੇ ਅਸਰ ਸ਼ੁਰੂ ਹੋ ਜਾਂਦੇ। ਹਾਂਜੀ ਬੇਟੇ ਬਿਲਕੁਲ ਠੀਕ ਹੈ। ਜਦੋਂ ਤੁਹਾਡਾ ਨਾਭ ਕਮਲ ਸਿੱਧਾ ਹੋਣ ਲੱਗ ਪਿਆ ਨਾ, ਤੇ ਤੁਹਾਡੇ ਤੇ ਬਹੁਤ ਕਿਹੜਾ ਬਣ ਜੀਵਨ 'ਚ ਬੜੀ ਉਚਾਈ ਆ ਜਾਣੀ ਹੈ। ਨਿਰਾਸ਼ਾ ਦੂਰ ਹੋ ਜਾਏਗੀ, ਚਿੰਤਾ ਦੂਰ ਹੋ ਜਾਏਗੀ, ਜਿਹੜਾ ਲੋਕਾਂ ਨਾਲ ਤੁਸੀਂ ਟੰਗੜਾਉਂਦੇ ਸੀ ਘਟ ਜਾਊਗੀ, ਹੌਲੀ ਹੌਲੀ ਕਰਕੇ ਬਿਲਕੁਲ ਬੰਦ ਕਰ ਦਿਓ। ਗਿਆਨ ਹੋ ਜਾਣਾ, ਤੁਹਾਨੂੰ ਖੁਦ ਪਤਾ ਲੱਗਣਾ ਉਹਦਾ ਇੱਕ ਸੁਭਾਅ ਹੈ ਬੰਦੇ ਦਾ। ਹੁਣ ਇਹ ਥੋੜੀ ਕਿ ਉਹਦੇ ਕਰਕੇ ਤੁਸੀਂ ਪਰੇਸ਼ਾਨ ਹੋ ਜਾਓਗੇ, ਇਹੋ ਤੇ ਗਿਆਨ ਹੈ। ਕਿਉਂਕਿ ਅਸੀਂ ਲੋਕਾਂ ਤੋਂ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਹਾਂ, ਜ਼ਿਆਦਾ ਕਰਨ ਕਰਕੇ ਤੇ ਅਸੀਂ ਦੁਖੀ। ਹੋਰ ਕੀ ਹੈ ਨਿਜਰ ਸਾਹਿਬ? ਬਿਲਕੁਲ, ਅਸੀਂ ਲੋੜ ਤੋਂ ਜ਼ਿਆਦਾ ਐਕਸਪੈਕਟ ਕਰਦੇ ਹਾਂ। ਹੁਣ ਇੱਕ ਬਲੈਕ ਐਂਡ ਵਾਈਟ ਮੋਬਾਈਲ ਆ, ਤੁਸੀਂ ਕਹਿੰਦੇ ਕਿ ਕਲਰ ਫੋਟੋਆਂ ਕਿਉਂ ਨਹੀਂ ਆਉਂਦੀਆਂ ਨਿਜਰ ਸਾਹਿਬ? ਹੁਣ ਉਹ ਵਿਚਾਰੇ 'ਚ ਹੈ ਹੀ ਬਲੈਕ ਐਂਡ ਵਾਈਟ ਹੈ। ਹੁਣ ਇਸੇ ਕਰਕੇ ਇਨਸਾਨਾਂ ਦੇ ਅੰਦਰ ਕਈਆਂ ਦੇ ਅੰਦਰ ਗੁਣ ਨਹੀਂ ਹੁੰਦੇ ਵਿਚਾਰਿਆਂ ਕੋਲ, ਉਹ ਕਿੱਥੋਂ ਦੇ ਦੇਣ? ਹੁਣ ਇੱਕ ਗਾਂ ਕੋਲ ਦੁੱਧ ਹੀ ਨਹੀਂ ਹੈਗਾ, ਤੁਸੀਂ ਕਹੋ ਦੁੱਧ ਕਿਉਂ ਨਹੀਂ ਦੇਣ ਦੀ? ਟੋਕੜੇ ਭਾਵੇਂ ਜਿੰਨਾ ਮਰਜੀ ਕੁੱਟ ਲਓ ਉਹਨੂੰ। ਹਾਂ, ਪਰ ਪ੍ਰੋਬਲਮ ਤੇ ਇਹ ਹੈ ਕਿ ਅਸੀਂ ਕਹਿੰਦੇ ਹਾਂ ਗਾਂ ਵਾ, ਸਾਰੀਆਂ ਗਾਵਾਂ ਨਹੀਂ ਦੁੱਧ ਦਿੰਦੀਆਂ, ਕੁਛ ਹੀ ਦਿੰਦੀਆਂ। ਪਰ ਜੇ ਅਸੀਂ ਉਹ ਵੀ ਵਿਚਾਰੀ ਨੂੰ ਕੁੱਟੀ ਜਾਵਾਂਗੇ, ਮਾਰੀ ਜਾਵਾਂਗੇ ਔਰ ਅਸੀਂ ਕਹਾਂਗੇ ਤੇ ਗਾਂ ਵਾ, ਉਹ ਗਾਂ ਵਰਗੇ ਤੇ ਪੈਰ ਨੇ, ਥਣ ਵੀ ਹੈਗੇ, ਸਭ ਕੁਛ ਹੈਗਾ, ਪਰ ਉਹ ਤੇ ਵਿਚਾਰੀ ਹੈ ਹੀ ਨਹੀਂ, ਉਹ ਚੀਜ਼ ਹੀ ਨਹੀਂ, ਪ੍ਰੋਡਕਟ ਨਹੀਂ ਹੈਗਾ। ਇਸੇ ਕਰਕੇ ਕਈ ਇਨਸਾਨ ਹੈਗੇ ਨੇ ਤੁਹਾਡੇ ਜੀਵਨ 'ਚ। ਬਿਲਕੁਲ ਹੈਗੇ ਆ, ਆਪਾਂ ਉਹਨਾਂ ਤੋਂ ਬਹੁਤ ਜਿਹੜਾ ਹੈਗਾ ਉਹਨਾਂ ਤੋਂ ਨਫ਼ਰਤ ਕਰਦੇ ਆ, ਫਲਾਨਾ ਕਰਦੇ ਆ, ਜਿਹੜਾ ਹੈਗਾ ਉਹ ਗੁਣ ਹੀ ਨਹੀਂ ਹੈਗੇ ਉਹਨਾਂ ਦੇ ਕੋਲ, ਤੇ ਫਿਰ ਆਪਾਂ ਕਿਵੇਂ ਜਿਹੜਾ ਹੈਗਾ ਔਖੇ ਹੋ ਰਹੇ ਹਾਂ। ਔਰ ਕਿਉਂਕਿ ਉੱਥੇ ਹੈ ਹੀ ਨਹੀਂ, ਕਿੱਥੋਂ ਦੇ ਤੂੰ? ਖਾਲੀ ਤੇ ਬਾਲਟੀ ਔਰ ਕੋ ਹੋਊਗਾ ਤੇ ਦਊਗਾ, ਹੈ ਹੀ ਨਹੀਂ, ਨਹੀਂ। ਪਰ ਉਹ ਤੇ ਪ੍ਰੋਬਲਮ ਤੇ ਆ ਕਿ ਅਸੀਂ ਮੰਨਦੇ ਹੀ ਨਹੀਂ, ਇਹਨਾਂ ਕੋਲ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਨਾ, ਜਾਂ ਇਹ ਸਾਡੀ ਸੇਵਾ ਕਰੇ, ਕਿੱਥੋਂ ਕਰ ਲੈ? ਬਿਲਕੁਲ, ਕੋਣ ਹੀ ਨਹੀਂ ਹੈਗਾ। ਹਾਂ, ਸਾਡੀ ਸੇਵਾ ਕਰੇ, ਸਾਡੇ ਅਨੁਸਾਰ ਚੱਲੇ। ਆਹ ਤੇ ਕਿੱਥੋਂ ਚੱਲੇ? ਉਹ ਜੋ ਹੈ ਹੀ ਨਹੀਂ, ਉਹ ਤਾਂ ਮਾਦਾ ਹੀ ਨਹੀਂ ਹੈਗਾ। ਹਾਂਜੀ ਨਿਜੋ ਸਾਹਿਬ ਬਿਲਕੁਲ ਠੀਕ ਹੈ, ਅੱਗੇ ਚਲੀਏ। ਹਾਂਜੀ, ਰਹਾਓ ਨਾਰਦ ਸਾਰਦ ਕਰੇ ਖਵਾਸੀ। ਕਹਿੰਦੇ ਦੇਖ ਦੁਨੀਆ ਦੇ ਵਿੱਚ ਇਸ ਤਰ੍ਹਾਂ ਵੀ ਹੋ ਰਿਹਾ ਹੈ। ਕਹਿੰਦੇ ਇਹ ਦੇਵਤੇ ਦੇਵੀਆਂ ਦੇਵਤੇ ਜਿਹੜੇ ਹੈਗੇ, ਇਹਨਾਂ ਦੀ ਜਿਹੜੀ ਹੈਗੀ ਲੋਕੀ ਇਹਨਾਂ ਦੀ ਭਗਤੀ ਕਰਨ ਲੱਗ ਜਾਂਦੇ ਆ। ਕਹਿੰਦੇ ਮੇਰਾ ਮਾਲਕ ਇਹੋ ਜਿਹਾ ਆ ਕਿ ਉਹਦੀ ਜਿਹੜੀ ਨਾਰਦ ਵਰਗੇ ਤੇ ਸ਼ਾਰਦਾ ਦੇਵੀ ਵਰਗੇ, ਇਹ ਸਾਰੀ ਜਿਹੜੀ ਉਹਦੇ ਜਿਹੜੇ ਹੈਗੇ ਚਰਨਾਂ ਦੇ ਵਿੱਚ ਪਏ ਆ। ਖਵਾਸੀ ਕਹਿੰਦੇ ਨੌਕਰੀ ਕਰਦੇ, ਉਹਦੀ ਸੇਵਾ ਕਰਦੇ ਆ, ਉਹਦੇ ਗੋਲੇ ਹੈਗੇ ਸਾਰੇ।
ਨਾਰਦ ਸਾਰਦ ਕਰੇ ਖਵਾਸੀ, ਉਹਦੀ ਚਾਪਲੂਸੀ ਕਰਦੇ ਆ ਮਾਲਕ ਦੀ। ਪਾਸ ਬੈਠੀ ਬੀਬੀ ਕਮਲਾ ਦਾਸੀ, ਔਰ ਕਮਲਾ ਜਿਹੜੀ ਹੈ ਮਾਇਆ ਜਿਹੜੀ ਹੈਗੀ ਆ, ਇਹ ਵੀ ਉਹਦੀ ਮਾਲਕ ਦੀ ਦਾਸੀ ਹੈਗੀ, ਮਾਲਕ ਤੋਂ ਹੀ ਨਿਕਲੀ ਹੋਈ ਹੈ। ਮਾਲਕ ਤੇ ਕਮਲਾ ਇੱਕੋ ਹੀ, ਇੱਕ ਉਹਦੇ ਵਿੱਚ ਹੀ ਹੈਗੀ ਹੈ ਕਮਲਾ ਦਾਸੀ ਵੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਵੇਖ ਲਓ, ਕਹਿੰਦੇ ਕਿ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਮਤਲਬ ਟਹਿਲ ਕਰਦੇ ਨੇ, ਹੁਕਮ ਦੀ ਪਾਲਣਾ ਕਰਦੇ ਨੇ। ਦੇਖੋ ਹੈ ਨਾ, ਫਿਰ ਉਹ ਕਹਿੰਦੇ ਮਾਇਆ ਦਾਸੀ ਹੈ ਉਹਦੀ। ਬਿਲਕੁਲ, ਮਾਇਆ ਦਾਸੀ ਤੇ ਉਹ ਵੀ ਪ੍ਰਮਾਤਮਾ ਦੀ ਬਣਾਈ ਇੱਕ ਹੈ। ਉਹ ਤੋਂ ਬਿਨਾਂ ਕਿੱਦਾਂ ਕੰਮ ਬਣੂ? ਹੁਣ ਹੋਏ ਹੈ ਤੇ ਕਾਰ ਤੇ ਲੋਹਾ ਤੇ ਪਲਾਸਟਿਕ ਹੀ ਹੈ, ਪਰ ਗੱਲ ਖਤਮ ਨਹੀਂ ਹੁੰਦੀ। ਲੋਹੇ ਦੇ ਕਿੰਨੇ ਪੁਰਜੇ ਬਣੇ ਨੇ, ਫਿਰ ਜਾ ਕੇ ਉਹ ਗੱਡੀ ਚੱਲਦੀ ਹੈ। ਉਹ ਕਿੱਦਾਂ ਪਲਾਸਟਿਕ ਦੇ ਵਿੱਚ ਕਿਸੇ ਰੂਪ ਚ ਆ, ਰਬੜ ਦੇ ਰੂਪ ਚ ਆ, ਉਹ ਕਿੱਦਾਂ ਇੱਕ ਕਨਸੈਪਟ ਤਿਆਰ ਹੋ ਕੇ ਫਿਰ ਜਾ ਕੇ ਕਿੰਨੇ ਪੁਰਜੇ ਬਣਾਏ। ਲੋਹਾ ਹੈ ਤੇ ਲੋਹਾ ਹੀ ਸਾਰਾ, ਪਰ ਉੱਥੋਂ ਵੇਖੋ ਕਿੱਦਾਂ ਡਿਜ਼ਾਈਨਿੰਗ ਕਰਕੇ ਕਿੱਦਾਂ ਪੁਰਜੇ ਬਣਾ ਕੇ ਪਲਾਸਟਿਕ ਦਾ ਮੇਲ ਕਰਕੇ ਖੂਬਸੂਰਤ ਕਾਰ ਬਣਾ ਦਿੱਤੀ। ਇਸੇ ਹੀ ਤਰ੍ਹਾਂ ਇਹ ਜਿਹੜੀ ਪ੍ਰਕਿਰਤੀ ਦੀ ਰਚਨਾ ਕੀਤੀ ਪ੍ਰਮਾਤਮਾ ਨੇ 5 ਤੱਤਾਂ ਤੋਂ, ਇਹ ਵੀ ਤਾਂ ਪੁਰਜੇ ਹੀ ਆ। ਇਹ ਪੁਰਜੇ ਜਦੋਂ ਫਿੱਟ ਹੋ ਜਾਂਦੇ ਆ ਤੇ ਵੇਲ ਜੀਵ ਬਣ ਜਾਂਦਾ। ਫਿਰ ਕਹਿੰਦੇ ਇੱਕ ਮਾਇਆ ਹੈਗੀ ਆ। ਮਾਇਆ ਜਿਹੜੀ ਆ, ਮਾਇਆ ਦਾ ਮਤਲਬ ਸਾਧ ਸੰਗਤ ਜੀ, ਮਾਇਆ ਦਾ ਮਤਲਬ ਕੋਈ ਪੈਸਾ ਨਹੀਂ ਆ। ਮਾਇਆ ਦਾ ਮਤਲਬ ਇਹ ਜੋ ਵੀ ਕੋਈ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਮਾਇਆ ਹੈ। ਹਾਂ, ਇਹਨੂੰ ਮਾਇਆ ਕਹਿੰਦੇ ਆ ਆਪਾਂ, ਪਰ ਲੋਕਾਂ ਨੇ ਛੋਟਾ ਸ਼ਬਦ ਅਰਥ ਕਰ ਦਿੰਦੇ, ਉਹ ਪੈਸੇ ਨੂੰ ਮਾਇਆ ਕਹੀ ਜਾਂਦੇ। ਹੁਣ ਉਹਦੇ ਕੋਲ ਦੇਖ ਕੇ ਤੇ ਕਈ ਬਾਬਾ ਜੀ ਕਹਿੰਦੇ ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ। ਇੱਥੇ ਹੈਗੇ ਬਾਬੇ ਹੈਗੇ, ਬਈ ਬਾਬਾ ਜੀ ਬਹੁਤ ਵੱਡੇ ਬਾਬਾ। ਮੈਂ ਕੀ ਇਹਨਾਂ ਦੀ ਖੂਬੀ ਹੈ, ਇਹ ਜੀ ਪੈਸੇ ਨੂੰ ਹੱਥ ਨਹੀਂ ਲਾਉਂਦੇ। ਮੈਂ ਠੀਕ ਹੈ, ਮੈਂ ਪੈਸੇ ਤੋਂ ਬਿਨਾਂ ਤਾਂ ਕੰਮ ਨਹੀਂ ਚੱਲਣਾ। ਕਿੱਦਾਂ ਚੱਲੂਗਾ ਪੈਸੇ ਤੋਂ ਬਿਨਾਂ ਕੰਮ? ਨਹੀਂ, ਇਹਨਾਂ ਦਾ ਗੋਰਖੀ ਸਾਹਿਬ ਪੈਸੇ ਨੂੰ ਹੱਥ ਨਹੀਂ ਲਾਉਂਦੇ। ਉਹ ਜਿਹੜੀ ਹੈਗੀ, ਜਿਹੜੀ ਉਹਦੇ ਉੱਤੇ ਜਿਹੜੇ ਹੈਗੇ ਜਿੱਥੇ ਬੈਠੇ ਹੋਏ ਆ ਨਾ, ਉਹਨਾਂ ਨੇ ਵਿਛਾਈ ਹੋਈ ਹੈ ਉਹਨਾਂ ਦੀ ਜਿਹੜੀ ਹੈਗੀ ਤੱਪੜ ਜਿਹੜਾ ਹੈਗਾ, ਕਹਿੰਦੇ ਉਹਦੇ ਥੱਲੇ ਰੱਖ ਦੋ, ਹੱਥ ਨਹੀਂ ਲਾਉਂਦੇ। ਨਹੀਂ, ਚੇਲੇ ਹੈਗੇ ਨਾ, ਉਹ ਲਾ ਲੈਣਗੇ। ਠੀਕ ਹੈ ਜੀ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਹਾਂਜੀ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਕਹਿੰਦੇ ਕਿਵੇਂ ਕਰਦਾ ਹੈ ਮੈਂ ਭਗਤੀ? ਕਹਿੰਦੇ ਮੈਂ ਕੋਈ ਬਾਹਰਲੀ ਮਾਲਾ ਨਹੀਂ ਲੈਂਦਾ, ਮੈਂ ਮੇਰੀ ਜੀਵ ਦੇ ਉੱਤੇ ਜਿਹੜਾ ਪਰਮੇਸ਼ਰ ਦੀ ਨਾਮ ਹੈਗਾ, ਬਸ ਉਹੀ ਮੇਰੀ ਮਾਲਾ ਹੈਗੀ। ਕੰਠ ਦੇ ਵਿੱਚ, ਮੇਰੇ ਕੰਠ ਦੇ ਵਿੱਚ ਨਾਮ ਚੱਲਦਾ ਹੈ, ਜੀਵ ਤੇ ਨਾਮ ਹੈ ਪਰਮੇਸ਼ਰ ਦਾ। ਕੰਠੇ ਮਾਲਾ ਜਿਹਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਮੈਂ ਤਾਂ ਕਹਿੰਦੇ ਹਜ਼ਾਰਾਂ ਵਾਰੀ ਮਾਲਕ ਪਰਮਾਤਮਾ ਦਾ ਨਾਮ ਲੈਣਾ ਹੈ, ਔਰ ਉਹਨੂੰ ਸਲਾਮ ਕਰਦਾ ਹੈ, ਮਾਲਕ ਨੂੰ ਸਲਾਮ ਕਰਦਾ ਹੈ, ਧਿਆਨ ਕਰਦਾ ਹੈ, ਸਿਮਰਨ ਕਰਦਾ ਹੈ, ਉਹਦਾ ਜਪ ਕਰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕੰਠ ਮਾਲਾ, ਕੰਠ ਦਾ ਮਤਲਬ ਕਹਿੰਦੇ ਮੈਂ ਹੱਥਾਂ ਦੀ ਮਾਲਾ ਨਹੀਂ ਜਪਦਾ, ਮੇਰਾ ਕੰਠ ਹੀ ਤੇ ਮਾਲਾ ਹੈ, ਮੇਰਾ ਗਲਾ ਜਿਹਦੇ ਰਾਹੀਂ ਮੈਂ ਉਹਦਾ ਜਾਪ ਕਰਦਾ। ਤੇ ਜੀਭਾ ਰਾਮ। ਹੁਣ ਜਦੋਂ ਆਪਾਂ ਜਾਪ ਕਰਦੇ ਹਾਂ, ਦੇਖੋ ਆਪਾਂ ਜਾਪ ਕਰੀ ਜਾਂਦੇ ਵਾਹਿਗੁਰੂ ਵਾਹਿਗੁਰੂ, ਤੇ ਸਾਡਾ ਸਾਰਾ ਜਿਹੜਾ ਸਰੀਰ ਹੈ ਨਾ, ਉਹ ਜਾਪ ਹੀ ਬਣ ਜਾਂਦਾ ਹੈ। ਬਿਲਕੁਲ ਸੁਖਮ ਹੋਈ ਜਾਂਦੇ ਆ, ਸੁਖਮ ਹੋਈ ਜਾਂਦੇ ਆ। ਕਿਉਂਕਿ ਪ੍ਰਮਾਤਮਾ ਨੂੰ ਜਿੰਨੇ ਵੀ ਪੁਕਾਰਿਆ ਹੈ ਨਾ, ਪ੍ਰਮਾਤਮਾ ਉਹਦੇ ਕੋਲ ਆਉਂਦਾ ਹੈ, ਆਉਣਾ ਹੀ ਪੈਣਾ ਹੈ। ਹੁਣ ਤੁਸੀਂ ਮੇਰਾ ਨਾਮ ਬੁਲਾਓਗੇ, ਭਾਵੇਂ ਮੈਂ ਜਿੰਨਾ ਮਰਜ਼ੀ ਰੌਲਾ ਪਾਵਾਂ, ਧਿਆਨ ਤੇ ਮੇਰਾ ਤੁਹਾਡੇ ਚ ਜਾਣਾ ਹੀ ਜਾਣਾ, ਕਿਉਂਕਿ ਉਹਨੂੰ ਬੁਲਾ ਰਹੇ ਜੋ। ਆਪ ਜਸਟ ਨੋਟਿਸ ਕਰੋ, ਉਹ ਚੀਜ਼ ਨੂੰ ਤੁਸੀਂ ਬੁਲਾਓਗੇ, ਉਹਨੂੰ ਆਉਣਾ ਪੈਣਾ, ਪਰ ਉਹਨੂੰ ਬੁਲਾਉਂਦਾ ਕੋਈ ਨਹੀਂ ਹੈ। ਇਹ ਵੀ ਗੱਲ ਜੀ, ਪ੍ਰਮਾਤਮਾ ਨੂੰ ਕੋਈ ਨਹੀਂ ਬੁਲਾਉਂਦਾ। ਹਾਂ, ਪਦਾਰਥ ਮੰਗਦਾ ਹੈ ਪ੍ਰਮਾਤਮਾ ਤੋਂ। ਕੌਣ ਪ੍ਰਮਾਤਮਾ ਨੂੰ ਬੁਲਾਉਂਦਾ ਹੈ? ਉਹ ਕਹਿੰਦਾ ਮੈਨੂੰ ਸਮਾਨ ਚਾਹੀਦਾ, ਕੋਈ ਕਹਿੰਦਾ ਮੈਨੂੰ ਪ੍ਰਮਾਤਮਾ ਚਾਹੀਦਾ। ਕਿਤੇ ਸੁਣਿਆ ਕਿਸੇ ਨੇ ਪ੍ਰਮਾਤਮਾ ਦਾ ਨਾਂ ਲੈਂਦੇ ਕਿਸੇ ਨੂੰ ਕਿ ਮੈਨੂੰ ਪ੍ਰਮਾਤਮਾ ਚਾਹੀਦਾ? ਨਾ। ਕੋਈ ਤੇ ਬਾਣੀ ਕਹਿੰਦੀ ਕਰੋੜਾਂ ਚ ਇੱਕ ਬੰਦਾ ਹੁੰਦਾ ਜਿਹੜਾ ਇੰਨੀ ਹਿੰਮਤ ਕਰਦਾ ਹੈ, ਜਿਹੜਾ ਕਹਿੰਦਾ ਪ੍ਰਮਾਤਮਾ ਚਾਹੀਦਾ। ਕਿਉਂਕਿ ਪ੍ਰਮਾਤਮਾ ਨੂੰ ਬੁਲਾਉਣਾ, ਉਹ ਸੋਚਦਾ ਹੈ ਕਿ ਇਹਦੇ ਜਿਹੜੇ ਭੋਗ ਨੇ, ਇਹ ਰਸ ਨੇ, ਇਹਨਾਂ ਦਾ ਤਿਆਗ ਕਰਨਾ ਪੈਣਾ ਹੈ। ਇਸ ਕਰਕੇ ਪ੍ਰਮਾਤਮਾ ਨੂੰ ਕੋਈ ਬੁਲਾਉਂਦਾ ਨਹੀਂ, ਕਿਉਂਕਿ ਪ੍ਰਮਾਤਮਾ ਤੇ ਹੈਡ ਹੈ ਨਾ। ਹੁਣ ਇੱਕ ਕੰਮ ਤੇ ਹੋਣਾ, ਜਾਂ ਤੇ ਫੁੱਲੀਆਂ ਫੜੀਆਂ ਜਾਣਗੀਆਂ ਤੇ ਜਾਂ ਫੁੱਲੀਆਂ ਛੱਡਣੀਆਂ ਪੈਣਗੀਆਂ। ਫੁੱਲੀਆਂ ਕੋਈ ਛੱਡਣ ਨੂੰ ਤਿਆਰ ਕੋਈ ਨਹੀਂ, ਕਿਉਂਕਿ ਇੰਦਰੀਆਂ ਤੇ ਭੋਗ ਨੇ, ਐਡੇ ਪੱਕੇ ਭੋਗ ਨੇ। 7 ਬੰਦੇ ਤੁਹਾਡੇ ਇੱਧਰ ਬੈਠੇ ਆ, 8ਵੇਂ ਬੰਦੇ ਤੇ ਜਗ੍ਹਾ ਹੀ ਨਹੀਂ ਹੈਗੀ ਇੱਥੇ। ਬਿਲਕੁਲ, ਫੁੱਲੀਆਂ ਛੱਡਾਂਗੇ ਤੇ ਅੰਮ੍ਰਿਤ ਆਊਗਾ, ਫਿਰ ਨਾਮ ਪਦਾਰਥ ਮਿਲੂਗਾ। ਪਰਮ ਆਨੰਦ, ਪਰਮ ਸ਼ਾਂਤੀ ਕਿੱਥੋਂ ਮਿਲਣੀ ਹੈ? ਪਰ ਉਹ ਬੰਦਾ ਵੇਖ ਲਓ, ਉਸ ਇੱਕ ਛੋਟੇ ਜਿਹੇ ਸੁੱਖ ਨੂੰ ਪ੍ਰਾਪਤ ਕਰਨ ਦੇ ਲਈ ਉਹ ਬੰਦਾ ਵੇਖੋ ਕਿੱਦਾਂ ਪਾਪੜ ਵੇਲਦਾ, ਸਾਰੀ ਜ਼ਿੰਦਗੀ ਪਾਪੜੀ ਵੇਲਦਾ ਰਹਿੰਦਾ। ਬਿਲਕੁਲ।
ਉਹ ਇਹਨਾਂ ਚੀਜ਼ਾਂ ਦੇ ਵਿੱਚ ਸੁੱਖ ਨਹੀਂ ਹੈਗਾ। ਇਸ ਕਰਕੇ ਬਾਣੀ ਕਹਿੰਦੀ ਹੈ ਕਿ ਦੁਨੀਆ ਦਾ ਰਾਜਾ ਵੀ ਬਣ ਜਾਏਗਾ ਤਾਂ ਵੀ ਤੂੰ ਸੁਖੀ ਨਹੀਂ ਹੋ ਸਕਦਾ, ਕਿਉਂਕਿ ਤੂੰ ਜੜ ਦੇ ਪਿੱਛੇ ਲੱਗਾ ਹੈ, ਤੂੰ ਪਰਮੇਸ਼ਵਰ ਦੇ ਵੱਲ ਪਿੱਠ ਕੀਤੀ ਆ, ਕਿਉਂਕਿ ਸੁੱਖ ਦਾ ਖਜ਼ਾਨਾ ਪਰਮਾਤਮਾ ਹੈ। ਉਹਨੇ ਤੈਨੂੰ ਸੁੱਖ ਦੇਣਾ, ਤੂੰ ਉਹ ਤੇ ਛੱਡਤਾ ਤੇ ਜੜ ਦੇ ਵਿੱਚ ਸੁੱਖ ਹੈ ਕੋਈ ਨਹੀਂ। ਹਾਂਜੀ ਨਿਜਰ ਸਾਹਿਬ। ਬਿਲਕੁਲ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਦੇਖ ਲਓ, ਕਹਿੰਦੇ ਭਾਈ ਮੈਂ ਤਾਂ ਉਹ ਮਾਲਕ ਪਰਮਾਤਮਾ ਦੇ ਰਾਮ ਦੇ ਗੁਣ ਗਾਉਣੇ। ਰਾਮ ਦੇ ਗੁਣ ਗਾਉਣੇ ਕੀ ਹੈਗੀ? ਬਾਣੀ ਦੱਸਦੀ ਹੈ ਭਾਈ, ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਮਾਲਕ ਪਰਮਾਤਮਾ ਦਾ ਨਾਮ ਜਪਣਾ, ਧਿਆਨ ਸਿਮਰਨ ਕਰਨਾ, ਇਹੀ ਗੁਣ ਗਾਉਣੇ ਆ ਉਹਦੇ ਮਾਲਕ ਦੇ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਆ ਦੇਖ ਲਓ, ਦੋਨਾਂ ਦੇ ਵਾਸਤੇ ਕਹਿੰਦੇ ਆ ਭਾਈ ਉਹ ਅੱਲਾ ਤੇ ਰਾਮ ਇੱਕੋ ਹੀ ਹੈਗੇ, ਔਰ ਤੁਸੀਂ ਵੀ ਹਿੰਦੂ ਤੇ ਮੁਸਲਮਾਨ ਇੱਕੋ ਇਨਸਾਨ ਹੈਗੇ ਹੋ, ਸਾਰੀ ਦੁਨੀਆ ਦੇ ਇਨਸਾਨ ਇੱਕ ਹੈਗੇ। ਔਰ ਉਸੇ ਮਾਲਕ ਪਰਮਾਤਮਾ ਦੀ ਜਿਹੜੀ ਹੈ ਕਿ ਭਗਤੀ ਕਰੀਏ ਆਪਾਂ। ਦੋਨਾਂ ਨੂੰ ਕਹਿੰਦੇ ਸਮਝਾ ਰਹੇ, ਦੋਨਾਂ ਨੂੰ ਕੀ ਸਮਝ ਲਓ, ਸਾਰੀ ਦੁਨੀਆ ਨੂੰ ਜਿਹੜੇ ਹੈਗੇ ਸਾਰੇ ਇਨਸਾਨਾਂ ਦੇ ਵਾਸਤੇ ਆ ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਇਹ ਸਰਚ ਲਾਈਟ ਹੈਗੀ ਭਾਈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਬਾਣੀ 'ਚ ਜਦੋਂ ਵੀ ਗੱਲ ਚੱਲਦੀ ਹੈ ਨਾ, ਉਹ ਸਾਨੂੰ ਮੁਕਤ ਕਰਦੀ ਹੈ ਵਹਿਮਾਂ ਭਰਮਾਂ ਤੋਂ। ਕਿਉਂਕਿ ਜੇਕਰ ਅਸੀਂ ਵਹਿਮਾਂ ਭਰਮਾਂ 'ਚ ਬੈਠੇ ਹਾਂ ਨਾ, ਫਿਰ ਆਪਾਂ ਇੱਕ ਦੂਜੇ ਨੂੰ ਇਲਜ਼ਾਮ ਲਗਾ ਸਕਦੇ ਹਾਂ ਵੀ ਉਹ ਮਤਲਬ ਅਸੀਂ ਸਹੀ ਆ, ਉਹ ਗਲਤ ਆ। ਉਹ ਕਹਿੰਦੇ ਦੋਨੋਂ। ਇਹ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਸੀ, ਮੁਸਲਮਾਨ ਵੱਡਾ, ਹਿੰਦੂ ਵੱਡਾ ਕਿ ਮੁਸਲਮਾਨ? ਹਾਂ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਹਾਂ, ਸ਼ੁਭ ਅਮਲਾ ਬਾਜੋਂ ਦੋਨੋਂ ਰੋਈ। ਉਹ ਕਹਿੰਦੇ ਜੇ ਕੋਈ ਗਿਆਨ ਹੀ ਕੋਈ ਨਹੀਂ, ਜਿਹੜਾ ਗੱਲੀ ਆਪਣਾ ਉਹ ਲੱਗਾ ਵਾ ਕਿ ਮੈਂ ਬੜਾ ਵੱਡਾ। ਬਾਣੀ ਤੇ ਕਹਿੰਦੀ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ। ਸਾਰੀ ਦੁਨੀਆ ਹੀ ਕਹਿੰਦੀ ਆ ਮੈਂ ਵੱਡਾ। ਬੰਦੇ ਨੂੰ ਹੰਕਾਰ ਸਥਾਪਿਤ ਕਰਨ ਦੇ ਲਈ ਕੁਝ ਹੋਰ ਨਹੀਂ ਮਿਲਦਾ ਨਾ, ਤੇ ਬੰਦਾ ਕੀ ਕਰਦਾ? ਧਰਮ ਦੇ ਨਾਲ ਆਪਣਾ ਹੰਕਾਰ ਜੋੜ ਦਿੰਦਾ। ਫਿਰ ਵੇਖ ਲਓ, ਕਹਿੰਦਾ ਮੇਰਾ ਪੰਥ ਵੱਡਾ ਹੈ, ਮੇਰਾ ਧਰਮ ਵੱਡਾ ਹੈ, ਮੇਰੀ ਕੌਮ ਵੱਡੀ ਹੈ, ਮੇਰਾ ਪਿੰਡ ਵੱਡਾ। ਵੇਖੋ ਲੋਕੀ ਤਾਂ ਕਰੀ ਜਾਂਦੇ ਆ, ਸਾਡਾ ਸ਼ਹਿਰ ਵੱਡਾ, ਸਾਡਾ ਜ਼ਿਲ੍ਹਾ ਵੱਡਾ, ਫਿਰ ਕਹਿੰਦਾ ਮੇਰਾ ਸਾਡਾ ਦੇਸ਼ ਵੱਡਾ। ਇਸੇ ਤਰ੍ਹਾਂ ਹੀ ਲੋਕਾਂ 'ਚ ਕਿੰਨੀ ਈਗੋ ਆ। ਕਈ ਕੰਟਰੀਆਂ 'ਚ ਦੇਖੋ, ਲੋਕਾਂ 'ਚ ਤੁਸੀਂ ਅਮਰੀਕਨ ਦੇ ਲਾਗੇ ਵੇਖ ਲਓ, ਆਸਟ੍ਰੇਲੀਅਨ 'ਚ ਵੇਖ ਲਓ, ਕਿੰਨੀ ਈਗੋ, ਬਹੁਤ ਜ਼ਿਆਦਾ। ਕਿਉਂਕਿ ਉਹਨਾਂ ਨੇ ਆਪਣਾ ਦੇਸ਼ ਹੀ ਈਗੋ ਬਣਾ ਲਿਆ। ਬਿਲਕੁਲ। ਔਰ ਸਾਡੇ 'ਚ ਵੀ ਬਥੇਰੇ ਹੈਗੇ। ਸਾਡੇ ਲੋਕੀ ਕਹੀ ਜਾਂਦੇ ਅਸੀਂ ਫਲਾਣੇ ਤੇ ਅਸੀਂ ਚਿਮਕੇ, ਉਹਨਾਂ ਗੱਲਾਂ ਬਦਲੇ ਲੜਦੇ ਨੇ ਲੋਕ, ਜਿਹੜੀਆਂ ਗੱਲਾਂ ਅੱਜ ਤੋਂ ਕਿੰਨੇ ਹਜ਼ਾਰ ਸਾਲ ਪਹਿਲਾਂ ਹੋਈਆਂ। ਤੇ ਘਰ ਇਹਨਾਂ ਨੂੰ ਇਹ ਨੀ ਪਤਾ ਕਿ ਇਹਨਾਂ ਦੇ ਘਰ ਸਬਜ਼ੀ ਕਿਹੜੀ ਬਣੀ। ਨਿੱਜਰ ਸਾਹਿਬ। ਬਿਲਕੁਲ। ਉਹ ਸਾਡੇ ਲਾਗੇ ਨਾ ਡੈਡੀ ਦੀ ਡੈਥ ਹੋ ਗਈ, ਤੇ ਉੱਥੇ ਇੱਕ ਫੌਜੀ ਸਾਹਿਬ ਸੀ, ਤੇ ਉਹ ਬਈ ਇਹ ਨੀ ਕੀਤਾ ਵੀ ਸੰਸਕਾਰ ਜਿਹੜਾ ਵਾ ਉਹ ਵੱਡੇ ਮੁੰਡੇ ਨੇ ਲਾਉਣਾ ਸੀ, ਲਾਉਂਦੇ ਨਾ ਅੱਗ ਲਾਉਣੀ, ਉਹ ਗੱਲਾਂ ਕੀਤੀਆਂ ਹਨਾ। ਹਾਂਜੀ। ਤੇ ਉਹ ਮੁੜ ਕੇ ਪ੍ਰਮਾਤਮਾ ਵੱਲੋਂ ਕਿਤੇ 2-4 ਸਾਲ 10 ਸਾਲ ਬਾਅਦ ਉਹਦੀ ਘਰ ਦੀ ਮਰ ਗਈ। ਤੇ ਮੁੜ ਕੇ ਮਹੱਲੇ ਵਾਲੇ ਦੱਸਣ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕਰਨਾ ਕੀ ਆ। ਜਦੋਂ ਬੰਦੇ ਦੇ ਸਿਰ ਤੇ ਪੈਂਦੀ ਨਾ ਸਾਹ ਸੰਗਤ ਜੀ, ਫਿਰ ਬੰਦੇ ਦੀ ਸੋਚੀ ਜਿਹੜੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਬੰਦੇ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਦਾ। ਪਰ ਇਹ ਆ ਕਿ ਬੰਦੇ ਨੂੰ ਦੂਜੇ ਦੇ ਘਰ ਬੜਾ ਮਜ਼ਾ ਆਉਂਦਾ, ਉਹ ਬੜਾ ਇੰਟਰਸਟ ਵੱਜਦਾ ਹੈ। ਉਹਦੀ ਇਹ ਗਲਤੀ ਹੈ, ਉਹਨੇ ਆਹ ਨਹੀਂ ਕੀਤਾ, ਉਹਨੇ ਆਹ ਨਹੀਂ ਕੀਤਾ। ਪਰ ਬੰਦੇ ਦੀ ਜਦੋਂ ਸਿਰ ਤੇ ਪੈਂਦੀ ਨਾ, ਫਿਰ ਪਤਾ ਲੱਗਦਾ ਕਿ ਉਸ ਸਮੱਸਿਆ ਚੋਂ ਬਾਹਰ ਕਿੱਦਾਂ ਆਉਣਾ ਹੈ ਤੇ ਡੀਲ ਕਿੱਦਾਂ ਕਰਨਾ। ਹਾਂਜੀ ਨਿਜਰ ਸਾਹਿਬ। ਹਾਂਜੀ। ਇੱਥੇ ਕਹਿੰਦੇ ਕਿ ਹਿੰਦੂ ਤੇ ਤੁਰਕ ਜਿਹੜੇ ਹੈਗੇ ਨਾ, ਉਹਨਾਂ ਦੋਨਾਂ ਨੂੰ ਉਹਨਾਂ ਨੇ ਉਸ ਉਪਦੇਸ਼ ਦਿੱਤਾ ਜੀ। ਹਾਂਜੀ। ਇੱਕ ਸ਼ਬਦ ਹੋਰ ਲੈਣਾ ਤੇ ਲੈ ਸਕਦੇ ਹਾਂ ਗੋਬਿੰਦ ਸਾਹਿਬ, ਨਹੀਂ ਤਾਂ ਫਿਰ ਜੀ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ ਮੈਂ। ਠੀਕ ਹੈ ਜੀ, ਠੀਕ ਹੈ, ਬਿਲਕੁਲ ਸਹੀ ਹੈ। ਸਾਧ ਸੰਗਤ ਜੀ, ਬਾਣੀ ਤਾਂ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਕਿਸੇ ਤਰੀਕੇ ਨਾਲ ਤੂੰ ਆਤਮਾ ਨੂੰ ਅਨੁਭਵ ਕਰ। ਜਦੋਂ ਤੂੰ ਗੁਲਾਬ ਦੇ ਫੁੱਲਾਂ ਦੇ ਲਾਗੇ ਜਾਏਗਾ ਨਾ, ਤੇ ਤੈਨੂੰ ਕਿਸੇ ਨੂੰ ਕੁਛ ਕਹਿਣ ਦੀ ਲੋੜ ਨਹੀਂ। ਉਹਦੀ ਖੁਸ਼ਬੂ ਤੇਰੇ ਅੰਦਰ, ਤੇਰੀ ਨਾਸਤਾ 'ਚ ਵੜੇਗੀ ਔਰ ਤੈਨੂੰ ਚੰਗੀ ਲੱਗੇਗੀ। ਤੇ ਇਸੇ ਹੀ ਤਰ੍ਹਾਂ ਪਰਮ ਜੀਵਨ ਜਿਹੜਾ ਹੈ ਉਹ ਆਤਮਾ ਦੇ ਵਿੱਚੋਂ ਸ਼ੁਰੂ ਹੁੰਦਾ ਹੈ ਔਰ ਉਸ ਨੂੰ। ਹਾਂਜੀ ਸੌਰੀ ਮੈਂ ਤੁਹਾਨੂੰ ਇੰਟਰਪਟ ਕਰਤਾ। ਮੇਰਾ ਨਾ ਇੱਕ ਬ੍ਰਦਰ ਹੈਗੇ, ਮੇਰਾ ਛੋਟਾ ਭਰਾ, ਉਹ ਵੀ ਹੈਗਾ ਇਹਦੇ ਵਿੱਚ ਹੀ ਹੈਗਾ, ਆਪਣੇ ਇਹਦੇ ਵਿੱਚ ਲਾਈਵ ਦੇ ਵਿੱਚ ਹੈਗਾ। ਔਰ ਉਹ ਹਮੇਸ਼ਾ ਹੀ ਹੁੰਦੇ, ਰੋਜ਼ ਹੀ ਹੁੰਦੇ।
ਉਹਦੀ ਨਾ ਦੋਨੋਂ ਕਿਡਨੀਆਂ ਖਰਾਬ ਹੋ ਗਈਆਂ ਤੇ ਡਾਇਲਿਸਿਸ ਹੁੰਦਾ ਹੈ ਦੂਸਰੇ ਦਿਨ, ਤੇ ਉਹਦਾ ਲੀਵਰ ਜਿਹੜਾ ਹੈਗਾ ਉਹ ਵੀ ਕਿਸੇ ਉੱਥੇ ਖੂਨ ਜਿੱਥੋਂ ਬਰਨਾਲੇ ਜਿਹੜਾ ਹੈਗਾ ਇਹ ਟ੍ਰਾਂਸਪਲਾਂਟ ਖੂਨ ਜਿਹੜਾ ਕਰਦੇ ਸੀਗੇ ਇਹ ਡਾਇਲਿਸਿਸ, ਤੇ ਉੱਥੇ ਜਿਹੜਾ ਹੈਗਾ ਉਹ ਕਿਸ ਕੋਈ ਜਿਹੜਾ ਹੈਪੇਟਾਈਟਿਸ ਸੀ ਜਾਂ ਉਹ ਆ ਗਿਆ ਤੇ ਇਹਦਾ ਲੀਵਰ ਵੀ ਖਰਾਬ ਹੋ ਗਿਆ ਹੁਣ। ਤੇ ਅਰਦਾਸ ਜਿਹੜੀ ਹੈਗੀ ਇਹ ਕਰਨਾ ਚਾਹੁੰਦਾ ਵੀ ਸੰਗਤ ਦੇ ਅੱਗੇ ਬੇਨਤੀ ਕਿ ਬਈ ਸਾਰੇ ਉਹਨੂੰ ਜਿਹੜਾ ਹੈਗਾ ਥੋੜਾ ਸਮਾਂ ਦੇ ਮਾਲਕ ਪਰਮਾਤਮਾ ਕੀ ਭਗਤੀ ਜਿਹੜੀ ਹੈਗੀ ਕਰ ਲੈ ਔਰ ਆਪਣੀ ਜਿਹੜੀ ਹੈਗੀ ਆ ਜੀਵਨ ਜਿਹੜਾ ਹੈਗਾ ਉਹਦੀ ਜੋ ਜਿਸ ਵਾਸਤੇ ਆਏ ਆਪਾਂ ਉਹ ਕੰਮ ਕਰ ਲਈ। ਇਸ ਲਈ ਜਿਹੜਾ ਹੈਗਾ ਸੰਗਤ ਜਿਹੜਾ ਹੈਗਾ ਅਰਦਾਸ ਕਰਦੇ। ਹਾਂਜੀ ਗੋਗੀ ਸਾਹਿਬ। ਠੀਕ ਹੈ ਜੀ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਧ ਸੰਗਤ ਚ ਮੈਂ ਵੀ ਥੋੜੀ ਅਰਦਾਸ ਕਰਨਾ ਚਾਹੁੰਦੀ ਆ। ਮੇਰੀ ਵੀ ਥੋੜੀ ਪ੍ਰੋਬਲਮ ਆਈ ਹੈ ਲੀਵਰ ਚ ਨਾ। ਹਾਂਜੀ ਹਾਂਜੀ। ਕਿ ਜਿਹੜੀ ਮੈਡੀਸਨ ਚੱਲ ਰਹੀ ਸੀ, ਐਲੋਪੈਥੀ ਦਵਾਈ ਦੇ ਰਹੇ ਸੀ ਡਾਕਟਰ, ਤੇ ਉਹਦਾ ਕਰਕੇ ਨਾ ਮੇਰੇ ਲੀਵਰ ਚ ਐਂਜ਼ਾਈਮਸ ਵੱਧ ਗਏ ਨੇ। ਤੇ ਉਹ ਡਾਕਟਰ ਕਹਿੰਦੇ ਸੀ ਵੀ ਉਹਨੇ ਤਾਂ ਕੋਈ ਇਲਾਜ ਨਹੀਂ ਗਾ, ਦਵਾਈ ਤਾਂ ਮੈਨੂੰ ਛੱਡਤੀ 20 ਦਿਨ ਹੋ ਗਏ ਮੈਨੂੰ ਬੰਦ ਕੀਤੀ ਨੂੰ, ਤੇ ਇਹਨੂੰ ਸਿਰਫ ਵਾਚ ਕਰ ਸਕਦੇ ਆ। ਤੇ ਉਹ ਮੈਂ ਜਿਵੇਂ ਟੈਸਟ ਕਰਾ ਰਹੀ ਹਾਂ ਬਾਰ-ਬਾਰ, ਜਿਵੇਂ ਦਵਾਈ ਛੱਡਣ ਤੋਂ ਬਾਅਦ ਵੀ ਮੇਰੇ ਅੱਜ ਵੀ ਮੈਂ ਕਰਾਈ, ਬਲਕਿ ਉਹ ਕੋਈ ਕੁਛ ਚੀਜ਼ਾਂ ਥੋੜੀਆਂ ਘਟੀਆਂ, ਕੁਛ ਫੇਰ ਵੱਧ ਕੇ ਆ ਗਈਆਂ ਨੇ। ਤੇ ਬਸ ਉਹ ਭੁੱਖ ਭੱਖ ਵੀ ਮੇਰੀ ਬਿਲਕੁਲ ਖਤਮ ਹੈ। ਮੈਂ ਕਾਫੀ ਪਰੇਸ਼ਾਨ ਹਾਂ ਇਸ ਟਾਈਮ ਤੇ। ਮੈਂ ਵੀ ਚਾਹੁੰਦੀ ਹਾਂ ਕਿ ਸਾਧ ਸੰਗਤ ਚ ਮੇਰੀ ਬਿਲਕੁਲ ਅਰਦਾਸ ਬੇਨਤੀ ਹੋ ਜਾਵੇ ਪ੍ਰਮਾਤਮਾ ਕਿਸੇ ਤਰ੍ਹਾਂ। ਮੈਂ 15-20 ਦਿਨਾਂ ਤੋਂ 15-20 ਦਿਨ ਮਹੀਨੇ ਤੋਂ ਹੀ ਪਰੇਸ਼ਾਨ ਆ। ਪਹਿਲਾਂ ਦਵਾਈ ਕਰਕੇ ਪਰੇਸ਼ਾਨ ਸੀ, ਉਹਨੇ ਮੈਨੂੰ ਕਾਫੀ ਪ੍ਰੋਬਲਮ ਕਰ ਰੱਖੀ ਸੀ। ਮੈਂ ਖਾਈ ਗਈ ਦਵਾਈ ਕਿ ਚਲੋ ਮੇਰੇ ਅੰਦਰ ਕੁਛ ਇਹਦਾ ਫਾਇਦਾ ਨਿਕਲੂਗਾ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰਾ ਮੂੰਹ ਪੱਕਿਆ ਜਾਂ ਮੈਨੂੰ ਹੋਰ ਪ੍ਰੋਬਲਮ ਹੈ, ਮੇਰੀ ਬਾਡੀ 'ਚ ਵੀ ਉਹ ਪ੍ਰੋਬਲਮ ਕਰ ਰਹੀ ਹੈ। ਫਿਰ ਜਦੋਂ ਟੈਸਟ ਕਰਾਏ ਉਹਨੇ ਮੇਰੇ ਲੀਵਰ 'ਚ ਵੀ ਕੁਛ ਐਂਜ਼ਾਈਮਸ ਵਧਾਤੇ ਆ ਕਾਫੀ, ਤੇ ਉਹ ਹੁਣ ਡਾਕਟਰ ਕਹਿੰਦੇ ਕਿ ਹੁਣ ਦਵਾਈਆਂ ਹੋਰ ਸਾਰੀਆਂ ਬੰਦ ਕਰਕੇ ਤੁਹਾਨੂੰ ਕੀਮੋ ਹੀ ਲਾ ਸਕਦੇ ਹਾਂ ਅਸੀਂ। ਪਰ ਕੀਮੋ ਵੀ ਅਸੀਂ ਤਾਂ ਹੀ ਲਾ ਸਕਦੇ ਹਾਂ ਜੇ ਲੀਵਰ ਫੰਕਸ਼ਨ ਠੀਕ ਹੋਊਗਾ। ਤੇ ਕਾਫੀ ਪਰੇਸ਼ਾਨ ਚੱਲ ਰਹੇ ਹਾਂ ਅਸੀਂ, ਤੇ ਉਹੀ ਹੈ ਪ੍ਰਮਾਤਮਾ ਅੱਗੇ ਸਾਧ ਸੰਗਤ ਚ ਅਰਦਾਸ ਜੇ ਮੇਰੀ ਜ਼ਰੂਰ ਜੀ ਜ਼ਰੂਰ, ਬਿਲਕੁਲ। ਹਾਂਜੀ, ਬੇਨਤੀ ਮਨਜ਼ੂਰ ਹੋ ਜੇ ਉਸ ਲੀਵਰ ਦੇ ਨਾਲ ਹੀ ਪੈਸਾ ਜੀ ਫਿਰਤੀਆਂ ਹੋਈਆਂ ਸਾਰੇ ਸਰੀਰ ਤੇ ਹੋਈਆਂ ਆ ਕਿ ਬਾਰਡਰਲੈਂਡ ਤੇ ਗਿਆ ਹੋਇਆ। ਨਹੀਂ ਕੋਈ ਨਹੀਂ ਮਾਲਕ ਪਰਮਾਤਮਾ ਸੁਣੂਗਾ ਜੀ। ਕੋਈ ਤੁਸੀਂ ਨਾਮ ਜਪਿਆ ਕਰੋ, ਆਪਣੇ ਆਪ ਹੀ ਸਭ ਕੁਝ ਠੀਕ ਹੋ ਜਾਏ। ਅਰਦਾਸ ਵੀ ਕਰ ਦੇਣ। ਠੀਕ ਹੈ ਨਜਰ ਸਾਹਿਬ। ਹਾਂਜੀ ਬੇਟੀ।